देखो ਉਹੀ ਕੁੜੀ ਜਾਂ ਉਹੀ ਮੁੰਡਾ ਠੀਕ ਹੈ ਜੋ ਕਿ ਆਪਣਾ ਚੈਟ ਕਰ ਰਹੇ ਹੈ ਛੁਪ ਕੇ ਤੇ ਉਹ ਤਾਂ ਸਾਧ ਨੇ ਜੇ ਫੜੇ ਗਏ ਤਾਂ ਚੋਰ ਨੇ ਵਾਲੀ ਗੱਲ ਹੋ ਗਈ ਰਾਮ ਦੀ ਪਤਨੀ ਸੀ ਪਰ ਉਹਨਾਂ ਨੂੰ ਅਗਨੀ ਪ੍ਰੀਖਿਆ ਦੇਣੀ ਪਈ ਦ੍ਰੋਪਦੀ ਦਾ ਭਰੀ ਮਹਿਫਿਲ 'ਚ ਚੀਰ ਹਰਨ ਹੋਇਆ ਉਹ ਚੀਜ਼ਾਂ ਉਹ ਇਤਿਹਾਸ ਸੁਣਾ ਕੇ ਨਾ ਕੁੜੀਆਂ ਨੂੰ ਇੰਨਾ ਕੁ ਅਸੀਂ ਡਰਾ ਦਿੱਤਾ ਹੋਇਆ ਹੈ बहुत सारे बच्चे गलत कदम चुक लेते हैं घरों भज जाते हैं है ना पर फिर कोई भी नहीं कहता मुंडा निकल गया सारे कहते कुड़ी निकल गई मैं इदां ਦੀਆਂ ਵੀ ਲੇਡੀਜ਼ ਨੂੰ ਜਾਣਦੀ ਹਾਂ ਜੋ ਕਿ ਲੱਖਾਂ ਰੁਪਏ ਮਹੀਨੇ ਕਮਾ ਰਹੀਆਂ ਨੇ ਪਰ ਜਾਂਦੇ ਹੀ ਸਾਰੀ ਦੀ ਸਾਰੀ ਸੱਸ ਦੇ ਚਰਨਾਂ 'ਚ ਰੱਖ ਦਿੰਦੀਆਂ ਨੇ ਫਿਰ ਉਹਨੂੰ ਸਿਰਫ ਮੰਥਲੀ ਜਿਹੜਾ ਖਰਚਾ ਹੁੰਦਾ ਹੈ 10,000 20,000 ਜਿੰਨਾ ਵੀ ਉਹ ਦੇ ਕੇ ਤੇ ਪਾਸੇ ਵੱਡੀਆਂ ਵੱਡੀਆਂ ਕੁੜੀਆਂ ਦੇ ਨਾਲ ਇਦਾਂ ਹੁੰਦਾ ਆਸ਼ੀਰਵਾਦ ਦੇਣ ਦੇ ਬਹਾਨੇ ਤੁਹਾਡੀ ਬੈਕ ਤੇ ਹੱਥ ਲਾਈ ਜਾਣਗੇ ਤੁਹਾਡੇ ਮਤਲਬ ਕਿ ਅੰਡਰਗਾਰਮੈਂਟਸ ਨੂੰ ਉਹ ਮਹਿਸੂਸ ਕਰਕੇ ਦੇਖਣਗੇ ਆਸ਼ੀਰਵਾਦ ਦੇਣ ਦੇ ਬਹਾਨੇ ਤੁਹਾਡੇ ਸਿਰ ਤੋਂ ਧੌਣ ਤੱਕ ਕਿਉਂ ਕਦੇ ਕਿੱਥੇ ਕਿਵੇਂ ਸਾਰੇ ਸਵਾਲ ਨਾ ਜਿਹੜੇ ਇਹ ਔਰਤਾਂ ਨੂੰ ਪੁੱਛੇ ਜਾਂਦੇ ਆ ਕਦੇ ਕਦੇ ਇਦਾਂ ਲੱਗਦਾ ਹੁੰਦਾ ਕਿ ਕਾਸ਼ ਇਹ ਸਾਰੇ ਸਵਾਲ ਮਰਦਾਂ ਨੂੰ ਪੁੱਛੇ ਜਾਂਦੇ ਤਾਂ ਔਰਤਾਂ ਦੀ ਆਜ਼ਾਦੀ ਲਈ ਇੰਨਾ ਨਾ ਲੜਨਾ ਪੈਂਦਾ ਜੇ ਅਸੀਂ ਆਪਣੇ ਲੜਕੀਆਂ ਨੂੰ ਸਿੱਖਿਆ ਦਈਏ ਨਾ ਕਿ ਆਪਣੀਆਂ ਬਾਹਰ ਵਾਲੀਆਂ ਬੱਚੀਆਂ ਦੇ ਨਾਲ ਕਿਵੇਂ ਵਤੀਰਾ ਕੀਤਾ ਜਾਵੇ ਤਾਂ ਤੁਹਾਨੂੰ ਆਪਣੇ ਘਰ ਵਾਲੀਆਂ ਬੱਚੀਆਂ ਦੇ ਉੱਤੇ ਇੰਨੀਆਂ ਰੈਸਟ੍ਰਿਕਸ਼ਨਸ ਨਾ ਲਾਉਣੀਆਂ ਪੈਣ ਸੋ ਬਹੁਤ ਸਾਰੇ ਸਵਾਲ ਹੁੰਦੇ ਆ ਕਿ ਲਵ ਮੈਰਿਜ ਦੇ ਵਿੱਚ ਹਮੇਸ਼ਾ ਕੁੜੀ ਦਾ ਹੀ ਕਸੂਰ ਕਿਉਂ ਕੱਢਿਆ ਜਾਂਦਾ ਆ ਕਿਤੇ ਕੋਈ ਵੀ ਗੱਲ ਹੋਵੇ ਕੁੜੀ ਦੇ ਉੱਤੇ ਹੀ ਕਿਉਂ ਸਵਾਲ ਚੱਕੇ ਜਾਂਦੇ ਆ ਸੋ ਇਹ ਸਵਾਲਾਂ ਦੇ ਵਿੱਚ ਹੀ ਕੁੜੀ ਜੰਮਦੀ ਹੈ ਪਲਦੀ ਹੈ ਵੱਡੀ ਹੁੰਦੀ ਹੈ ਤੇ ਆਖਰ ਜ਼ਿੰਦਗੀ ਦੇ ਅੰਤ ਤੱਕ ਇੱਕ ਕਦੇ-ਕਦੇ ਸਵਾਲ ਹੀ ਬਣ ਕੇ ਰਹਿ ਜਾਂਦੀ ਹੈ ਬਹੁਤ ਸਾਰੀਆਂ ਕੁੜੀਆਂ ਨੇ ਬੜੀ ਮਿਹਨਤ ਕੀਤੀ ਹੈ ਬੜੇ ਥਾਵਾਂ ਤੇ ਪਹੁੰਚੇ ਨੇ ਪਰ ਫਿਰ ਵੀ ਸਾਨੂੰ ਇਸ ਸੱਚ ਨੂੰ ਸਵੀਕਾਰ ਕਰਨਾ ਪਏਗਾ ਕਿ ਅੱਜ ਵੀ ਘੱਟੋ ਘੱਟ ਨਹੀਂ ਬਹੁਤ ਸਾਰੀਆਂ ਔਰਤਾਂ ਆਪਣੇ ਸੁਪਨਿਆਂ ਨੂੰ ਮਾਰ ਕੇ ਜ਼ਿੰਦਗੀ ਜਿਉਂਦੀਆਂ ਨੇ ਸੋ ਇਹਨਾਂ ਸਾਰੀਆਂ ਗੱਲਾਂ ਬਾਤਾਂ ਦੇ ਉੱਤੇ ਗੱਲਬਾਤ ਕਰਨ ਦੇ ਲਈ ਵੀ ਨਾ ਕਿਸੇ ਖਾਸ ਦਾ ਹੋਣਾ ਬਹੁਤ ਜ਼ਰੂਰੀ ਆ ਕਿਉਂਕਿ ਮੇਰੇ ਕੋਲ ਤਾਂ ਇੰਨੇ ਸਾਰੇ ਸਵਾਲ ਆ ਤੇ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਦੇਣ ਦੇ ਲਈ ਵੀ ਕਿਸੇ ਦਾ ਹੋਣਾ ਜ਼ਰੂਰੀ ਹੈ ਮੈਂ ਗੱਲ ਕਰ ਰਹੀ ਹਾਂ ਸਾਡੇ ਅੱਜ ਦੇ ਮਹਿਮਾਨ ਦੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਮੈਂ ਬरुण ਕੌਰ ਮਾਨ ਬੈਠਕ ਵਿਦ ਬरुण ਕੌਰ ਮਾਨ ਦੇ ਵਿੱਚ ਅੱਜ ਸਾਡੇ ਨਾਲ ਨੇ ਡਾਕਟਰ ਅਰਵਿੰਦਰ ਕੌਰ ਡਿੰਪਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਜੀ ਆਇਆਂ ਮੈਂ ਸਭ ਤੋਂ ਪਹਿਲੇ ਤੁਹਾਡਾ ਥੈਂਕਸ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਮੈਨੂੰ ਦੂਜੀ ਵਾਰੀ ਆਪਣੀ ਬੈਠਕ ਸ਼ੋਅ ਵਿੱਚ ਮੌਕਾ ਦਿੱਤਾ ਹੈ ਤੁਹਾਡੇ ਨਾਲ ਰੂਬਰੂ ਹੋਣ ਦਾ ਬਿਲਕੁਲ ਔਰ ਮੈਂ ਕਦੋਂ ਉਹਦੀ ਵੇਟ ਕਰ ਰਹੀ ਸੀ ਕਿ ਕਦੋਂ ਬरुण ਜੀ ਮੈਨੂੰ ਬੁਲਾਉਣ ਤੇ ਮੈਂ ਜਾਵਾਂ ਦੇਖੋ ਤੁਹਾਨੂੰ ਤਾਂ ਹਮੇਸ਼ਾ ਵੈਲਕਮ ਹੈ ਔਰ ਤੁਹਾਡੇ ਤਾਂ ਗੱਲਾਂ ਬੜੀਆਂ ਸਪਸ਼ਟ ਹੁੰਦੀਆਂ ਜਦੋਂ ਮੈਂ ਇਸ ਟੌਪਿਕ ਨੂੰ ਰੱਖ ਰਹੀ ਸੀ ਨਾ ਅੱਜ ਮੇਰੇ ਦਿਮਾਗ 'ਚ ਪਹਿਲਾਂ ਇਹੀ ਆ ਰਿਹਾ ਸੀਗਾ ਕਿ ਮਤਲਬ ਮੈਂ ਟੌਪਿਕ ਕਦੋਂ ਦਾ ਸਾਂਭਿਆ ਹੋਇਆ ਸੀ ਜਦੋਂ ਮੈਂ ਸੋਚਿਆ ਕਿ ਰਵਿੰਦਰ ਜੀ ਨੂੰ ਬੁਲਾਇਆ ਜਾਵੇ ਫਿਰ ਮੈਂ ਕਿਹਾ ਵੀ ਟੌਪਿਕ ਇਹਨਾਂ ਦੇ ਨਾਲ ਹੀ ਲਾਇਆ ਜਾਵੇ ਤਾਂ ਹੀ ਗੱਲਬਾਤ ਬਣਨੀ ਹੈ ਸਮਾਜ ਤੇ ਸਵਾਲ ਹੋ ਹੀ ਨਹੀਂ ਸਕਦਾ ਕਿ ਤੁਸੀਂ ਇੱਕ ਸਮਾਜ ਦੇ ਵਿੱਚ ਵਿਚਰ ਰਹੇ ਹੋ ਉਹ ਤੁਹਾਡੇ ਤੇ ਸਵਾਲ ਨਾ ਚੁੱਕੇ ਕਿਉਂਕਿ ਅਸੀਂ ਵੀ ਕਰਦੇ ਹਾਂ ਦੂਸਰਿਆਂ ਦੇ ਉੱਤੇ ਸਵਾਲ ਪਰ ਹਰ ਸਵਾਲ ਔਰਤ ਦੇ ਉੱਤੇ ਚੱਕਿਆ ਜਾਂਦਾ ਬਿਲਕੁਲ ਬਹੁਤ ਸਹੀ ਟੌਪਿਕ ਲਿਆ ਔਰ ਮੇਰੇ ਦਿਲ ਦੇ ਕਰੀਬ ਵੀ ਹੈ ਬੀਇੰਗ ਇੱਕ ਔਰਤ ਹੋਣ ਦੇ ਨਾਤੇ ਵੈਸੇ ਵੀ ਮੈਂ ਚਾਹੁੰਦੀ ਹਾਂ ਕਿ ਜੋ ਅੱਜ ਅਸੀਂ ਗੱਲਾਂ ਬਾਤਾਂ ਕਰੀਏ ਉਹ ਮੈਸੇਜ ਜੋ ਦਿਲ ਤੋਂ ਦਿਲ ਦੀਆਂ ਗੱਲਾਂ ਅਸੀਂ ਕਰਾਂਗੇ ਨਾ ਕਹਿੰਦੇ ਦਿਲ ਸੇ ਦਿਲ ਤੱਕ ਉਹ ਲੇਡੀਜ਼ ਦੇ ਦਿਲ ਨੂੰ ਵੀ ਟੱਚ ਕਰੇ ਦੇਖੋ ਸਭ ਤੋਂ ਪਹਿਲੇ ਤਾਂ ਮੈਂ ਸ਼ੁਰੂ ਕਰਾਂ ਤੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਮੈਂ ਤੁਕ ਤੋਂ ਸ਼ੁਰੂ ਕਰਾਂਗੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਜਾਨ ਇਹਦੇ ਨਾਲ ਹੀ ਇੱਕ ਵਾਰੀ ਪਿਛਲੇ ਵੀ ਮੈਂ ਇੰਟਰਵਿਊ 'ਚ ਇੱਕ ਮੈਂ ਕਹਿ ਕੇ ਗਈ ਸੀ ਸ਼ਬਦ ਦੋਹਾ ਕਹਿ ਲਓ ਉਹ ਅੱਜ ਵੀ ਕਹੂੰਗੀ ਅਬਲਾ ਜੀਵਨ हाय तुम्हारी यही कहानी आंचल में है दूध और आंखों में पानी मैम जो तुसी अज क्वेश्चन पूछे ये अज नहीं ये रूढ़ीवादी परंपरा चली आ रही है कि क्यों औरत ही क्योंकि बहुत पहले दे टाइम तुसी देखो कि औरत नूं गुलामां वांगू भी रखिया जाता सी मैं राती जिद्दां तुहाडे क्वेश्चनस आए है ते अपने मम्मा नाल गल कर रही सी मेरे मम्मा कहंदे कि जिहड़े आपां ये नक विच नथनी मतलब बल्द दे भी आपां पाने है ना भी कंट्रोल कर सके बंदा ਤੇ ਪੈਰਾਂ ਦੇ ਵਿੱਚ ਜਿਹੜੀ ਉਹ ਝਾਂਜਰ ਜੀ ਪਾਣੀ ਹੈ ਬੇਸਿਕਲੀ ਉਹ ਵੀ ਝਾਂਜਰ ਦਾ ਮਤਲਬ ਇਹ ਹੈ ਕਿ ਕੜੀ ਹੈ ਕਿ ਸਾਡੇ ਕੰਟਰੋਲ 'ਚ ਰਵੇ ਅਸੀਂ ਇਹਨੂੰ ਕਹਿੰਦੇ ਆ ਕਿ ਔਰਤ ਦੇ 16 ਸ਼ਿੰਗਾਰ ਹੈਗੇ ਆ ਪਰ ਅਸਲ 'ਚ ਉਹ ਜੋ ਇਨਸਾਨ ਹੈ ਸ਼ੁਰੂ ਤੋਂ ਹੀ ਉਹਦੀ ਮੇਲ ਡੋਮੀਨੇਟਿੰਗ ਸੁਸਾਇਟੀ ਵਾਲੀ ਫਿਤਰਤ ਰਹੀ ਹੈ ਔਰ ਉਹਨੇ ਕੋਸ਼ਿਸ਼ ਕੀਤੀ ਕਿ ਮੈਂ ਇਹਨੂੰ ਆਪਣੇ ਕੰਟਰੋਲ 'ਚ ਰੱਖਾਂ ਅੱਜ ਉਹ ਕੰਟਰੋਲ ਤੋਂ ਬਾਹਰ ਜੋ ਹੁੰਦੀ ਦਿਖਦੀ ਹੈ ਤੇ ਸਭ ਤੋਂ ਪਹਿਲੇ ट्रिगर ਉਹਨੂੰ ਕੀਤਾ ਜਾਂਦਾ ਹੈ ਫੋਕਸ ਉਹਦੇ ਤੇ ਹੁੰਦਾ ਹੈ ਹਾਲਾਂਕਿ ਮੁੰਡਾ ਭਾਵੇਂ ਜਿੰਨੇ ਮਰਜ਼ੀ ਗਲਤ ਕੰਮ ਕਰ ਲਵੇ ਬਾਹਰ ਨਿਕਲ ਕੇ ਠੀਕ ਹੈ ਪਰ ਔਰਤ ਦਾ ਨਿਸ਼ਾਨਾ ਬਣੇ ਕਿਉਂਕਿ ਉਹਨੂੰ ਸ਼ੁਰੂ ਤੋਂ ਗੁਲਾਮਾਂ ਵਾਂਗੂ ਹੀ ਦੇਖਿਆ ਗਿਆ ਜਦੋਂ ਹਨਾ ਲਵ ਮੈਰਿਜ ਹੁੰਦੀ ਆ ਕਿਤੇ ਮੁੰਡੇ ਨੂੰ ਤਾਂ ਪਹਿਲਾਂ ਟੌਰ ਨਾਲ ਪੁੱਛਣਾ ਸ਼ੁਰੂ ਕਰ ਦਿੰਦੇ ਆ ਕੋਈ ਹੈਗੀ ਆ ਤਾਂ ਦੱਸ ਦੇ
ਤੇਰੀ ਕਿਤੇ ਗੱਲਬਾਤ ਆ ਤਾਂ ਸਾਨੂੰ ਦੱਸ ਦੇ, ਪਰ ਕੁੜੀ ਨੂੰ ਕਹਿ ਦਿੱਤਾ ਜਾਂਦਾ ਆ ਸੋਚ ਸਮਝ ਕੇ। ਹਾਂ, ਸੋਚ ਇਹ ਗੱਲ ਸੋਚ ਸਮਝਣ ਵਾਲੀ ਲੜਕੇ ਨੂੰ ਨਹੀਂ ਕਹੀ ਜਾਂਦੀ, ਲੜਕੀ ਨੂੰ ਉਸਦਾ ਹੱਕ ਨਹੀਂ ਪੁੱਛਿਆ ਜਾਂਦਾ, ਔਰ ਲਵ ਮੈਰਿਜ ਦੇ ਵਿੱਚ ਜਿਹੜਾ ਕਸੂਰ ਹੈ ਹਮੇਸ਼ਾ ਲੜਕੀ ਦਾ ਕੱਢ ਦਿੱਤਾ ਜਾਂਦਾ। ਦੇਖੋ ਮੈਮ, ਇਹਦਾ ਮੈਂ ਜਵਾਬ ਦੇਵਾਂਗੀ, ਇੱਥੇ ਪੇਰੈਂਟਸ ਗਲਤ ਨੇ। ਜੀਵਨ ਸਾਥੀ ਉਹਨੂੰ ਬੱਚੇ ਨੂੰ ਹੀ ਚੁਣਨ ਦਾ ਹੱਕ ਹੋਣਾ ਚਾਹੀਦਾ। 18 ਸਾਲ ਤੇ ਤਾਂ ਸਰਕਾਰ ਵੀ ਸਾਨੂੰ ਵੋਟ ਪਾਉਣ ਦਾ ਅਧਿਕਾਰ ਦੇ ਦਿੰਦੀ ਹੈ, ਤੇ ਜਦੋਂ 21 ਸਾਲ ਤੇ ਕੁੜੀ ਦਾ ਵਿਆਹ ਹੈਗਾ ਤੇ 25 ਸਾਲ ਦੀ ਉਮਰ 'ਚ ਮੁੰਡੇ ਨੂੰ ਅਸੀਂ ਕਹਿੰਦੇ ਹਾਂ ਕਿ ਹੁਣ ਇਹ ਮੈਰਿਜੇਬਲ ਹੋ ਗਿਆ। ਸਾਰੀ ਬਾਕੀ ਦੁਨੀਆ ਜਹਾਨ ਦੀ ਅਕਲਾਂ ਨੇ ਅੱਜ ਦੇ ਟਾਈਮ 'ਚ ਤਾਂ ਸੋਸ਼ਲ ਮੀਡੀਆ ਨੇ ਹੋਰ ਵੀ ਜ਼ਿਆਦਾ ਬੱਚਿਆਂ ਨੂੰ ਐਡਵਾਂਸ ਕਰਤਾ ਹੈ। ਉਹਨਾਂ ਨੂੰ ਪੇਰੈਂਟਸ ਨੂੰ, ਜਿਹਨੂੰ ਕਹਿੰਦੇ ਨੇ ਜਨਰੇਸ਼ਨ ਗੈਪ ਹੈ, ਉਹ ਬੱਚੇ ਜਿਹੜੇ ਹੈਗੇ ਉਹ ਪੇਰੈਂਟਸ ਨੂੰ ਸਿਖਾਉਂਦੇ ਆ ਕਿ ਮੰਮਾ ਲਾਈਫ ਇੱਦਾਂ ਚੱਲਦੀ ਹੋ, ਤੇ ਜਦੋਂ ਆਉਂਦਾ ਰਿਸ਼ਤੇ ਦਾ ਮਾਮਲਾ ਉਦੋਂ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਪਤਾ ਹੀ ਕੁਝ ਨਹੀਂ ਹੈਗਾ। ਦੇਖੋ ਉਹੀ ਕੁੜੀ ਜਾਂ ਉਹੀ ਮੁੰਡਾ, ਠੀਕ ਹੈ, ਜੋ ਕਿ ਆਪਣਾ ਚੈਟ ਕਰ ਰਹੇ ਹੈ ਛੁਪ ਕੇ, ਤੇ ਉਹ ਤਾਂ ਸਾਧ ਨੇ, ਜੇ ਫੜੇ ਗਏ ਤਾਂ ਚੋਰ ਨੇ ਵਾਲੀ ਗੱਲ ਹੋ ਗਈ। ਬਈ ਜੇ ਉਹ ਆਪਣੇ ਵਾਸਤੇ ਮੁੰਡਾ ਲੱਭ ਕੇ ਲਿਆਂਦੀ ਹੈ ਕਿ ਨਹੀਂ ਮੈਨੂੰ ਆਹ ਸਹੀ ਲੱਗਦਾ ਹਰ ਹਿਸਾਬ ਨਾਲ, ਪਰ ਪੇਰੈਂਟਸ ਨੂੰ ਨਾਲ ਪੁੱਛਣਾ ਵੀ ਚਾਹੀਦਾ ਵੀ ਇਹਦੀ ਬੈਕਗ੍ਰਾਉਂਡ ਚੈੱਕ ਕਰ ਲਓ, ਖਾਨਦਾਨ ਚੈੱਕ ਕਰ ਲਓ, ਬਈ ਮੈਨੂੰ ਤਾਂ ਸਹੀ ਲੱਗਿਆ ਨਾ। ਉਹ ਚੀਜ਼ ਸਹੀ ਹੈ ਕਿ ਉਹ ਦੋਨੋਂ ਪਾਸੇ ਦੀ ਗੱਲ ਹੋ ਗਈ। ਇਹ ਕਿ ਤੂੰ ਤਾਂ ਇਸ ਲਾਇਕ ਹੈ ਹੀ ਨਹੀਂ, ਤੂੰ ਤਾਂ ਕੁਝ ਸੋਚ ਵੀ ਨਹੀਂ ਸਕਦੀ, ਛੱਡ ਪਰੇ, ਸਾਨੂੰ ਸੋਚਣ ਦੇ, ਉੱਥੇ ਗਲਤ ਹੋ ਜਾਂਦਾ। ਮੈਂ ਕਹਿੰਦੀ ਤੁਹਾਡਾ ਤਾਂ ਸਗੋਂ ਅੱਧਾ ਕੰਮ ਘਟ ਗਿਆ ਪੇਰੈਂਟਸ ਨੂੰ। ਅਗਰ ਕੁੜੀ ਆਪਣੇ ਹਿਸਾਬ ਨਾਲ ਮੁੰਡਾ ਲੱਭਦੀ ਹੈ ਜਾਂ ਮੁੰਡਾ ਆਪਣੇ ਹਿਸਾਬ ਨਾਲ ਕੁੜੀ ਲੱਭਦਾ ਹੈ ਤੇ ਬਹੁਤ ਵਧੀਆ ਗੱਲ ਹੈ। ਬੱਚੇ ਸਾਡੇ ਨਾਲੋਂ ਜ਼ਿਆਦਾ ਐਡਵਾਂਸ ਨੇ। ਪਲੀਜ਼ ਆਪਾਂ ਅੱਜ ਕੱਲ੍ਹ ਆਪਣੀ ਸੋਚ ਨੂੰ ਬਦਲੀਏ। ਬਹੁਤ ਬੱਚੇ ਕਿੱਥੇ ਪਿੱਛੇ ਨੇ, ਬੱਚੇ ਤਾਂ ਸਾਡੇ ਤੋਂ ਵੀ ਅੱਗੇ ਨੇ। ਇਹ ਟਾਈਮ ਜਿਵੇਂ ਕਹਿੰਦੇ ਬੱਚੇ ਹੁਣ ਤੁਸੀਂ ਪੜ੍ਹ ਲਿਖ ਗਏ ਹੋ, ਸਾਨੂੰ ਹੀ ਰਸਤੇ ਦਿਖਾਣੇ ਨੇ, ਉਹ ਟਾਈਮ ਲੰਘ ਗਏ ਕਿ ਉਂਗਲੀ ਪਕੜ ਕੇ ਅਸੀਂ ਬੱਚੇ ਨੂੰ ਅੱਗੇ ਚੱਲਣਾ ਸਿਖਾਉਂਦੇ ਸੀ। ਹੁਣ ਬੱਚੇ ਅੱਗੋਂ ਤੋਂ ਸਾਡੀ ਉਂਗਲ ਫੜਨਗੇ, ਤੇ ਇੰਨਾ ਵੱਡਾ ਉਹਨਾਂ ਦੀ ਹੀ ਲਾਈਫ ਦਾ ਫੈਸਲਾ ਹੈ, ਅਸੀਂ ਉਹਨਾਂ ਨੂੰ ਪਿੱਛੇ ਕਿਉਂ ਕਰੀਏ? ਰਜ਼ਾਮੰਦੀ ਦੋਨਾਂ ਦੀ ਹੋਣੀ ਜ਼ਰੂਰੀ ਹੈ, ਬਟ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਲੜਕੀ ਨੂੰ ਡਰਾਈ ਚਲੋ, ਹਨਾ, ਮੁੰਡੇ ਨੂੰ ਤੁਸੀਂ ਆਜ਼ਾਦੀ ਦੇਈ ਚਲੋ, ਇਹ ਸਾਰੀਆਂ ਚੀਜ਼ਾਂ ਹੋ ਜਾਂਦੀਆਂ। ਮੈਂ ਇਹ ਪੁਰਾਣਾ ਸਾਡਾ ਪਿਛੋਕੜ ਹੈ ਨਾ, ਜਿਹੜਾ ਇਤਿਹਾਸ ਹੈ, ਉਹ ਕਈ ਵਾਰੀ ਉਹਦੇ ਕਰਕੇ ਵੀ ਲੇਡੀਜ਼ ਨੂੰ, ਜਿਵੇਂ ਸੀਤਾ ਮਾਤਾ ਨੂੰ ਜਿੰਨਾ ਮਰਜੀ ਰਾਮ ਦੀ ਪਤਨੀ ਸੀ, ਪਰ ਉਹਨਾਂ ਨੂੰ ਅਗਨੀ ਪ੍ਰੀਖਿਆ ਦੇਣੀ ਪਈ, ਦ੍ਰੋਪਦੀ ਦਾ ਭਰੀ ਮਹਿਫਿਲ 'ਚ ਚੀਰ ਹਰਨ ਹੋਇਆ। ਉਹ ਚੀਜ਼ਾਂ, ਉਹ ਇਤਿਹਾਸ ਸੁਣਾ ਕੇ ਨਾ ਕੁੜੀਆਂ ਨੂੰ ਇੰਨਾ ਕੁ ਅਸੀਂ ਡਰਾ ਦਿੱਤਾ ਹੋਇਆ ਹੈ ਕਿ ਲੱਗਦਾ ਹੀ ਨਹੀਂ ਉਹ ਕੁਝ ਕਰ ਪਾਉਣਗੀਆਂ। ਅਸੀਂ ਐਟ ਦ ਸੇਮ ਟਾਈਮ ਦੂਜੇ ਪਾਸੇ ਵੀ ਸੋਚ ਸਕਦੇ ਹਾਂ ਕਿ ਇਹ ਮਾਈ ਭਾਗੋ ਵੀ ਹੋ ਸਕਦੀ ਹੈ, ਰਾਣੀ ਦੀ ਝਾਂਸੀ ਵੀ ਹੋ ਸਕਦੀ ਹੈ, ਇਹ ਕਲਪਨਾ ਚਾਵਲਾ ਬਣ ਕੇ ਚੰਦਰਮਾ ਤੇ ਵੀ ਘੁੰਮ ਸਕਦੀ ਹੈ। ਅਸੀਂ ਉਹ ਸੋਚ, ਇਹ ਕਹਿੰਦੇ ਇਹਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ। ਜਿਸ ਤਰ੍ਹਾਂ ਕਿ ਜੋ ਸਪੋਜ਼ ਤੁਸੀਂ ਜਿਵੇਂ ਕੁਝ ਵੀ ਸਰਚ ਕਰਦੇ ਹੋ ਨਾ ਅੱਜ ਕੱਲ੍ਹ, ਇੰਸਟਾ ਤੇ ਕਰ ਲਓ, ਫੇਸਬੁੱਕ ਤੇ ਕਰ ਲਓ, ਉਹੀ ਚੀਜ਼ ਤੁਹਾਨੂੰ ਵਾਰ-ਵਾਰ ਦਿਖਾਏਗਾ। ਉਹਨੂੰ ਲੱਗਦਾ ਕਿ ਇਹਨੂੰ ਨੀਡ ਹੈ। ਮਤਲਬ ਸੋਸ਼ਲ ਮੀਡੀਆ ਤੇ ਇੱਕ ਦਿਨ ਮੇਰੇ ਘਰ 골ਡਨ ਰਿਟਰੀਵਰ ਰੱਖਿਆ ਹੋਇਆ ਤੇ ਮੈਂ ਉਹਦੇ ਵੈਸੇ ਫੈਕਟਸ ਜਾਣਨ ਵਾਸਤੇ 골ਡਨ ਰਿਟਰੀਵਰ ਕਰਕੇ ਸਰਚ ਕੀਤਾ। ਹੁਣ ਮੈਨੂੰ ਦਿਖਦਾ ਹੀ ਉਹ ਹੈ, ਜਦੋਂ ਵੀ ਦੂਜੀ ਚੌਥੀ ਪੋਸਟ 골ਡਨ ਰਿਟਰੀਵਰ ਡੌਗਸ ਦੀ, ਹੱਸ ਰਹੇ ਖੇਡ ਰਹੇ, ਕਿੱਦਾਂ ਘਰਾਂ 'ਚ ਖਾਂਦੇ ਪੀਂਦੇ ਆ, ਸ਼ਰਾਰਤਾਂ ਕਰਦੇ ਆ। ਤੇ ਮੈਂ ਬੇਟੀ ਨਾਲ ਵੀ ਡਿਸਕਸ ਕੀਤਾ, ਕਹਿੰਦੀ ਮੰਮਾ ਇਹ ਹੁੰਦੀ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ। ਮਤਲਬ ਸੋਸ਼ਲ ਮੀਡੀਆ ਜਾਂ ਉਹ ਨੈਟ, ਉਹ ਸਮਝ ਜਾਂਦਾ ਹੈ ਕਿ ਇਹਨੂੰ ਇਸ ਚੀਜ਼ ਦੀ ਲੋੜ ਹੈ। ਬਿਲਕੁਲ ਉਹੀ ਚੀਜ਼ ਤੁਹਾਨੂੰ ਬਾਰ-ਬਾਰ ਨਜ਼ਰ ਆਉਂਦੀ ਰਹਿੰਦੀ ਹੈ, ਇਹਨੂੰ ਇਹ ਖਰੀਦਣਾ ਚਾਹੁੰਦੀ ਹੈ ਜਾਂ ਕੁਝ ਹੈ, ਉਹੀ ਚੀਜ਼ ਵਾਰ-ਵਾਰ ਦਿਖਾਈ ਜਾਂਦੀ ਹੈ। ਤੇ ਬੱਚਿਆਂ 'ਚ ਵੀ ਅਸੀਂ ਉਹੀ ਚੀਜ਼ ਦੇਖਦੇ ਪਏ ਹਾਂ ਕਿ ਨਹੀਂ, ਇਹਨੂੰ ਨਹੀਂ ਪਤਾ ਹੋਣਾ ਵੀ ਉਹ ਥੋਟ ਪ੍ਰੋਸੈਸ ਚੇਂਜ ਕਰੋ, ਬੱਚੇ ਤੁਹਾਡੇ ਤੋਂ ਕਿਤੇ ਅੱਗੇ ਵੱਧ ਸਕਦੇ। ਬਿਲਕੁਲ ਸਹੀ ਗੱਲ ਹੈ। ਸਾਡਾ ਥਾਟ ਪ੍ਰੋਸੈਸ ਆ, ਅਸੀਂ ਬਚਪਨ ਤੋਂ ਹੀ ਉਹਨਾਂ ਨੂੰ ਧਰਤ ਮਾਂ ਦੀ ਤਰ੍ਹਾਂ ਸਹਿਣ ਕਰਨ ਵਾਲੀ ਬਣਾ ਦਿੰਦੇ ਆ। ਤੂੰ ਚੁੱਪ ਕਰਕੇ ਰਹਿਣਾ, ਤੂੰ ਸਹੁਰਿਆਂ ਦੇ ਵੀ ਨਹੀਂ ਬੋਲਣਾ, ਤੂੰ ਬਾਹਰ ਵੀ ਨਹੀਂ ਬੋਲਣਾ, ਤੂੰ ਇੱਥੇ ਵੀ ਨਹੀਂ ਬੋਲਣਾ। ਔਰ ਇੱਕ ਗੱਲ ਹੋਰ ਹੁੰਦੀ ਹੈ ਲਵ ਮੈਰਿਜ ਦੇ ਵਿੱਚ, ਮੈਂ ਜੋ ਅਕਸਰ ਦੇਖਦੀ ਹਾਂ, ਬਹੁਤ ਸਾਰੇ ਬੱਚੇ ਗਲਤ ਕਦਮ ਚੁੱਕ ਲੈਂਦੇ ਆ, ਘਰੋਂ ਭੱਜ ਜਾਂਦੇ ਆ, ਹਨਾ, ਜੋ ਕਿ ਮੈਨੂੰ ਉਹ ਸਹੀ ਨਹੀਂ ਲੱਗਦਾ। ਪਰ ਬਹੁਤ ਸਾਰੇ ਬੱਚੇ ਇਸ ਕਦਮ ਨੂੰ ਜਦੋਂ ਚੁੱਕਦੇ ਆ, ਘਰੋਂ ਭੱਜ ਜਾਂਦੇ ਆ, ਪਰ ਫਿਰ ਕੋਈ ਵੀ ਨਹੀਂ ਕਹਿੰਦਾ ਮੁੰਡਾ ਨਿਕਲ ਗਿਆ, ਸਾਰੇ ਕਹਿੰਦੇ ਕੁੜੀ ਨਿਕਲ ਗਈ। ਔਰ ਨਿਕਲ ਗਿਆ ਵਰਡ ਇੰਨਾ ਦਿਲ ਨੂੰ ਹਰਟ ਕਰਦਾ ਕਿ ਉਹ ਕੱਲੀ ਭੱਜੀ ਹੈ, ਉਹਦੇ ਨਾਲ ਕੋਈ ਮੁੰਡਾ ਨਹੀਂ ਸੀ। ਤੁਸੀਂ ਮੁੰਡੇ ਨੂੰ ਟਾਰਗੇਟ ਕਿਉਂ ਨਹੀਂ ਕਰਦੇ ਹੋ? ਜਦੋਂ ਆਪਾਂ ਬਹੁਤ ਸਾਰੀ ਮੀਡੀਆ ਦੇ ਵਿੱਚ ਇੱਕ ਚੀਜ਼ ਦੇਖਦੇ ਹਾਂ, ਜਦੋਂ ਕੋਈ ਲੜਕਾ ਲੜਕੀ ਕਿਤੇ ਭੱਜਦੇ ਹੋਏ ਪਕੜੇ ਜਾਂਦੇ ਆ, ਕੁੜੀ ਦਾ ਫੇਸ ਕੱਪੜਿਆਂ ਦੇ ਨਾਲ ਕਵਰ ਕਰ ਦਿੱਤਾ ਜਾਂਦਾ ਔਰ ਮੁੰਡੇ ਦਾ ਫੇਸ ਕਵਰ ਨਹੀਂ ਕੀਤਾ ਜਾਂਦਾ। ਮੈਮ ਇਹਦਾ ਆਨਸਰ ਵੀ ਘੁੰਮਾ ਕੇ ਉਹੀ ਸਾਡੀ ਰੂੜੀਵਾਦੀ ਪੁਰਾਣੀ ਪਿਛੜੀ ਸੋਚ ਹੈ, ਜੋ ਕਿ ਇਹੀ ਹੈ ਕਿ ਜੋ ਵੀ ਕਸੂਰ ਹੈ, ਸਾਰੇ ਭਾਂਡੇ ਤੁਸੀਂ ਕੁੜੀ ਦੇ ਸਿਰ ਤੇ ਹੀ ਭੱਜਣੇ ਹੈ, ਔਰਤ ਦੇ ਸਿਰ ਤੇ ਹੀ ਭੱਜਣੇ ਹੈ। ਬੰਦਾ ਸਾਫ਼ ਪਾਕ ਪਤਲੀ ਗਲੀ 'ਚੋਂ ਹੋ ਕੇ ਨਿਕਲ ਜਾਂਦਾ ਹੈ। ਦੇਖੋ, ਅਗਰ ਅਸੀਂ ਉਹਨੂੰ ਉਹਦਾ ਰਾਈਟ ਦਿੱਤਾ ਜਾਏ, ਜੇ ਵੋਟਿੰਗ ਸਾਡਾ ਰਾਈਟ ਹੈ ਤੇ ਆਪਣਾ ਜੀਵਨ ਸਾਥੀ ਚੁਣਨ ਦਾ ਵੀ ਸਾਡਾ ਰਾਈਟ ਹੈ, ਉਹਦੇ ਤੋਂ ਅਗਰ ਅਸੀਂ ਕਹਿੰਦੇ ਕਿ ਨਹੀਂ ਤੂੰ ਨਹੀਂ ਇਹ ਕਰ ਸਕਦੀ, ਇਹ ਮਾਪਿਓ ਦਾ ਹੀ ਕੰਮ ਹੈ, ਇਹ ਅਸੀਂ ਦੇਖਾਂਗੇ, ਅਸੀਂ ਖਾਨਦਾਨ ਦੇਖਾਂਗੇ, ਅਸੀਂ ਪੈਸਾ ਦੇਖਾਂਗੇ। ਬੱਚੇ ਅੱਜ ਕੱਲ੍ਹ ਕੁਝ ਹੋਰ ਦੇਖਦੇ ਆ ਵੀ ਕੰਪੈਟੇਬਿਲਿਟੀ ਹੈਗੀ ਕਿ ਨਹੀਂ ਹੈਗੀ। ਅਸੀਂ ਸਾਰੀ ਉਮਰ ਇੱਕ ਦੂਜੇ ਨਾਲ ਵਿਚਾਰ ਮਿਲਣੇ ਜ਼ਿਆਦਾ ਜ਼ਰੂਰੀ ਨੇ। ਜੇ ਵਿਚਾਰਾਂ ਤੋਂ ਖਾਲੀ ਹੈ, ਕਹਿੰਦੇ ਨੇ ਪੈਸਾ ਜਿਹਦੇ ਕੋਲ ਹੈਗਾ ਉਹ ਸਭ ਤੋਂ ਵੱਡਾ ਗਰੀਬ ਹੈ। ਠੀਕ ਹੈ, ਵਨ ਹੂ ਹੈਜ਼ ਮਨੀ ਇਜ਼ ਦਾ ਪੂਅਰੈਸਟ ਇਨ ਦਿਸ ਵਰਲਡ। ਉਹਦਾ ਹੈ ਕਿ ਉਹਦੀ ਸੋਚ ਵੀ ਪੈਸਿਆਂ ਦੇ ਹਿਸਾਬ ਨਾਲ ਚੱਲਦੀ ਹੈ।
ਠੀਕ ਹੈ। ਉਹ ਪੈਸਿਆਂ ਨਾਲ ਵੀ ਆ ਚੀਜ਼ ਇੰਨੇ ਦੀ, ਆ ਚੀਜ਼ ਮਟੀਰੀਅਲਿਜ਼ਮ ਆ ਜਾਂਦੀ ਹੈ ਤੇ ਉਹਦੇ ਨਾਲ ਲਾਈਫ ਨਹੀਂ ਚੱਲਦੀ। ਜੇ ਬੱਚੇ ਆਪਣੇ ਹਿਸਾਬ ਨਾਲ ਫੈਸਲਾ ਲੈਂਦੇ ਹੈ, ਪੇਰੈਂਟਸ ਨੂੰ ਮੇਰੀ ਹੱਥ ਜੋੜ ਕੇ ਹੀ ਰਿਕੁਐਸਟ ਹੈ ਕਿ ਉਹਨਾਂ ਨੂੰ ਆਪਣੇ ਫੈਸਲੇ ਲੈਣ ਦਿਓ, ਕਿਉਂਕਿ ਉਹਨਾਂ ਦੀ ਸੋਚ ਪੜ੍ਹ ਲਿਖ ਕੇ ਬਹੁਤ ਅਗਾਂਹ ਵਧੂ ਹੋ ਗਈ ਹੈ। ਉਹੀ ਰੂੜੀਵਾਦੀ 16ਵੀਂ ਸਦੀ ਵਾਲੀ ਸੋਚ ਆਪਾਂ ਉਹਨਾਂ ਦੀ ਨਾ ਥੋਪੀਏ। ਦੇਖੋ ਮੈਮ, ਇੱਥੇ ਇੱਕ ਗੱਲ ਹੋਰ ਵੀ ਮੈਂ ਕਰਨਾ ਚਾਹਾਂਗੀ, ਜਿਵੇਂ ਰਾਜਸਥਾਨ ਦੇ ਅਰਬਨ ਏਰੀਆਜ਼ ਨਹੀਂ, ਰੂਰਲ ਏਰੀਆਜ਼, ਪਿੰਡ, ਠੀਕ ਹੈ, ਯੂਪੀ ਬਿਹਾਰ ਦੇ, ਠੀਕ ਹੈ, ਹਰਿਆਣਾ ਦੇ ਸਪੈਸ਼ਲੀ, ਉੱਥੇ ਤਾਂ ਓਨਰ ਕਿਲਿੰਗ ਕਰ ਦਿੰਦੇ ਆ ਬਿਲਕੁਲ, ਕਿ ਕੁੜੀ ਨੇ ਸਾਡੇ ਮੁਤਾਬਕ ਰਿਸ਼ਤਾ ਨਹੀਂ ਲੱਭਿਆ, ਜਿਵੇਂ ਜਾਤ ਛੋਟੀ ਹੈ ਜਾਂ ਪੈਸੇ ਵੱਲੋਂ ਹੈ, ਸਾਡੇ ਲੈਵਲ ਦਾ ਨਹੀਂ ਹੈਗਾ, ਫੜ ਕੇ ਭੱਜਣਗੇ ਉਹਨਾਂ ਦੇ ਪਿੱਛੇ, ਕੁੜੀ ਤੇ ਮੁੰਡੇ ਦੋਨਾਂ ਨੂੰ ਮਾਰ ਦੇਣਗੇ। ਜਿਵੇਂ ਹੁਣ ਇਹੋ ਜਿਹੀ ਫੈਮਿਲੀ ਤੋਂ ਅਗਰ, ਜਿਵੇਂ ਤੁਸੀਂ ਸਵਾਲ ਕੀਤਾ ਕਿ ਘਰੋਂ ਭੱਜਦੇ ਹੈ, ਭੱਜਿਆ ਵਰਡ ਵੀ ਮਾੜਾ ਲੱਗਦਾ ਹੈ ਵੀ ਘਰੋਂ ਚਲੀ ਗਈ, ਭੱਜ ਗਈ, ਫਿਰ ਉਹ ਇਹ ਨਾ ਕਰਨ ਤੇ ਹੋਰ ਕਦਮ ਕੀ ਚੁੱਕਣ, ਜਿੱਥੇ ਉਹਨਾਂ ਨੂੰ ਪਤਾ ਕਿ ਹੁਣ ਸਾਡੀ ਮੰਨੀ ਨਹੀਂ ਜਾਣੀ ਤੇ ਸਾਨੂੰ ਜਾਣ ਦਾ ਪੈ ਹੈਗਾ ਏ, ਸਾਨੂੰ ਜਿੱਥੇ ਇਹਨਾਂ ਨੇ ਦੇਖ ਲੈਣਾ ਉੱਥੇ ਹੀ ਮਾਰ ਦੇਣਾ, ਤੇ ਉਹ ਵਿਚਾਰੇ ਆਪਣੇ ਫੈਸਲਾ ਵੀ ਲੈਣਾ ਚਾਹੁੰਦੇ ਆ ਤੇ ਘਰੋਂ ਭੱਜਣਾ ਇੱਕ ਮਜਬੂਰੀ ਬਣ ਜਾਂਦੀ ਹੈ। ਬਿਲਕੁਲ, ਉਹਦਾ ਆਨਸਰ ਇੱਕੋ ਇੱਕ ਹੈ ਕਿ ਸਾਨੂੰ ਆਪਣੀ ਸੋਚ ਬਦਲਣੀ ਪਏਗੀ। ਇਹ ਸਾਰੇ ਲੋਕਾਂ ਤੇ ਲਾਗੂ ਨਹੀਂ ਹੁੰਦਾ, ਪਰ ਬਹੁਤ ਪਿਛੜੇ ਹੋਏ ਜਿਹੜੇ, ਜਿਵੇਂ ਮੈਂ ਦੱਸਿਆ, ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ ਦੇ ਪਿਛੜੇ ਇਲਾਕਿਆਂ 'ਚ ਅਜੇ ਵੀ ਇਹ ਚੀਜ਼ ਹੁੰਦੀ ਹੈ। ਬਿਲਕੁਲ। ਔਰ ਨਾ ਇੱਕ ਗੱਲ ਹੋਰ ਹੁੰਦੀ ਹੈ, ਅਕਸਰ ਆਪਾਂ ਸ਼ੁਰੂ ਤੋਂ ਦੇਖਦੇ ਆਏ ਹਾਂ, ਤੁਸੀਂ ਵੀ ਇਹ ਚੀਜ਼ ਨੋਟ ਕੀਤੀ ਹੋਏਗੀ, ਸਾਨੂੰ ਵੀ ਨਿੱਕੇ ਹੁੰਦਿਆਂ ਕਿਹਾ ਜਾਂਦਾ ਸੀ, ਹੁਣ ਵੀ ਬੱਚੀਆਂ ਨੂੰ ਕਿਹਾ ਜਾਂਦਾ ਆ। ਆਮ ਤੌਰ ਤੇ ਪਿੰਡਾਂ ਦੇ ਵਿੱਚ ਇਹ ਮਾਹੌਲ ਦੇਖਣ ਨੂੰ ਮਿਲਦਾ ਕਿ ਮੋੜ ਤੇ ਮੁੰਡੇ ਖੜੇ ਆ, ਉਧਰੋਂ ਨਾ ਲੰਘੀ। ਕੋਈ ਮੁੰਡਿਆਂ ਨੂੰ ਨਹੀਂ ਕਹਿੰਦਾ ਕਿ ਕੁੜੀ ਨੇ ਲੰਘਣਾ ਆ, ਪਿੱਛੇ ਹੋ ਜਾਓ। ਆਪਣੇ ਮੁੰਡਿਆਂ ਨੂੰ ਤੁਸੀਂ ਮੋੜਾਂ ਤੇ ਖੜਨ ਦੀ ਆਗਿਆ ਹੀ ਕਿਉਂ ਦਿੰਦੇ ਆ, ਤਾਂ ਜੋ ਦੂਸਰਿਆਂ ਦੀਆਂ ਕੁੜੀਆਂ ਨੂੰ ਉੱਥੋਂ ਲੰਘਣ 'ਚ ਦਿੱਕਤ ਆਵੇ। ਬਿਲਕੁਲ ਇਹੀ ਹੈ ਨਾ, ਨਿਗਾਹ। ਫਿਰ ਤੁਸੀਂ ਆਪ ਹੀ ਦੇਖੋ ਕਿ ਫਰਕ ਕਿੱਥੇ ਹੈ। ਅਸੀਂ ਆਪ ਹੀ ਦੇਖੋ, ਉਹੀ ਗੱਲ ਹੈ ਨਾ, ਕੁੜੀ ਜੰਮੀ ਹੈ ਤੇ ਖੁਸਰੇ ਨੱਚ ਰਹੇ ਹੈ, ਖੁਸਰੇ ਅਸੀਂ ਨਹੀਂ ਨਚਵਾਉਂਦੇ। ਮੁੰਡਾ ਜੰਮਿਆ ਤੇ ਮਠਾਈ ਦੇ ਡੱਬੇ ਪੂਰੇ ਪਿੰਡ ਜਾਂ ਸ਼ਹਿਰ 'ਚ ਜੋ ਅਸੀਂ ਆਪਣੇ ਰਿਸ਼ਤੇਦਾਰਾਂ 'ਚ ਵੰਡਦੇ ਆ, ਹਨਾ। ਇਵਨ ਹਸਪੀਟਲ ਤੋਂ ਹੀ ਬੱਚਾ ਅਜੇ ਬਾਹਰ ਆਇਆ ਹੀ ਹੈ ਦੁਨੀਆ, ਉਹਨੇ ਪਹਿਲੀ ਵਾਰੀ ਅੱਖਾਂ ਵੀ ਨਹੀਂ ਖੋਲੀਆਂ ਤੇ ਨਾਲ ਹੀ ਜਿਹੜੀਆਂ ਨਰਸਾਂ ਹੋ ਗਈਆਂ ਜਾਂ ਜਿਹੜੇ ਹੋਰ ਇੰਪਲੋਈਜ਼ ਹੁੰਦੇ, ਵਧਾਈ ਦਿਓ ਜੀ ਮੁੰਡਾ ਹੋਇਆ। ਦੇਖੋ ਫਰਕ ਤਾਂ ਇੱਥੋਂ ਹੀ ਸਟਾਰਟ ਹੋ ਗਿਆ। ਪਹਿਲੇ ਤਾਂ ਇੱਥੋਂ ਜੰਮਦੇ ਹੀ ਕੁੜੀ ਤੇ ਮੁੰਡੇ ਦਾ ਫਰਕ, ਫਿਰ ਮਾਪਿਓ, ਹਨਾ, ਖੁਸਰੇ ਉਹਨਾਂ ਨੇ ਘਰ ਆ ਕੇ, ਮੁੰਡੇ ਹੋਏ ਤੇ ਨਚਾਏ, ਕੁੜੀ ਹੋਏ ਤੇ ਨਹੀਂ ਨਚਾਏ, ਡੱਬੇ ਵੰਡੇ ਗਏ, ਕੁੜੀ ਹੋਏ ਤੇ ਨਹੀਂ ਵੰਡੇ ਗਏ ਮੁੰਡੇ ਦੇ। ਦੇਖੋ ਜਦੋਂ ਮਾਪਿਓ ਜਿਹੜੇ ਜੰਮਣ ਵਾਲੇ ਹੈ, ਜਨਮਦਾਤਾ ਹੈ, ਜੋ ਉਹੀ ਫਰਕ ਕਰੀ ਜਾਂਦੇ ਨੇ, ਫਿਰ ਅਸੀਂ ਇਹ ਸਮਾਜ ਤੋਂ ਤੇ ਇਹ ਫਿਰ ਕੱਲ ਨੂੰ ਕੁੜੀਆਂ ਵਿਆਹੀਆਂ ਜਾਣਗੀਆਂ ਤੇ ਅਸੀਂ ਕਹਾਂਗੇ ਸਹੁਰੇ ਬੜਾ ਤੰਗ ਕਰਦੇ ਆ, ਤੇ ਤੁਹਾਡੀ ਸੋਚ ਵੀ ਤਾਂ ਜੰਮਣ ਵੇਲੇ ਇਹੀ ਸੀ ਨਾ, ਕੁੜੀਆਂ ਨੂੰ ਬਹੁਤ ਜ਼ਿਆਦਾ ਫਰਕ ਸੀ। ਤੇ ਅੱਗੇ ਤੁਸੀਂ ਫਿਰ ਸਵਾਲ ਉਠਾ ਹੀ ਨਹੀਂ ਸਕਦੇ, ਜਾਂ ਤਾਂ ਤੁਸੀਂ ਬਿਲਕੁਲ ਬਰਾਬਰ ਰੱਖਿਆ ਹੋਵੇ, ਕਿਉਂ ਨਹੀਂ ਤੁਸੀਂ ਕੁੜੀ ਜੰਮਣ ਤੇ ਵੀ ਖੁਸਰੇ ਨਾ ਚਾਹੋ, ਹੁਣ ਇਹ ਤੁਹਾਨੂੰ ਖੁਸ਼ੀ ਨਹੀਂ ਹੋਈ। ਹੁਣ ਤਾਂ ਇਹ ਵੀ ਹੋ ਗਿਆ ਨਾ, ਜਿੱਦਾਂ ਆਮ ਤੌਰ ਤੇ ਆਪਾਂ ਦੇਖ ਲਈਦਾ, ਕਹਿੰਦੇ ਜੀ ਫਲਾਣੇ ਦੇ ਕਰਮ ਬਹੁਤ ਚੰਗੇ ਸੀ, ਰੱਬ ਨੇ ਉਹਨੂੰ ਪੋਤਾ ਵੀ ਦੇਤਾ, ਉਹਦੇ ਤਾਂ ਇੰਨੇ ਚੰਗੇ ਕਰਮ ਕੀਤੇ ਉਹਨਾਂ, ਉਹਨੂੰ ਦੋਤਾ ਵੀ ਦੇਤਾ, ਪੋਤਾ ਵੀ ਦੇਤਾ। ਮਤਲਬ ਚੰਗੇ ਕਰਮਾਂ ਦਾ ਮਤਲਬ ਇਹ ਹੈ ਕਿ ਤੁਹਾਡੇ ਘਰ ਦੋਤਾ ਜਾਂ ਪੋਤਾ ਹੁੰਦਾ ਹੈ। ਅੱਜ ਕੱਲ ਦੇਖ ਲਓ, ਮੈਂ ਕਹਿੰਦੀ ਹਾਂ ਅਗਰ ਕਿਸੇ ਦੇ ਮਾੜੇ ਕਰਮ ਹੈ ਤੇ ਤਾਂ ਮੁੰਡਾ ਹੋ ਗਿਆ, ਕਿਉਂਕਿ ਮੁੰਡੇ ਨੇ ਹੀ ਜੜ੍ਹਾਂ ਹਿਲਾਣੀਆਂ, ਕੁੜੀ ਤਾਂ ਵਿਚਾਰੀ ਫਿਰ ਪੜ੍ਹ ਲਿਖ ਕੇ ਸਾਊ ਤਰੀਕੇ ਨਾਲ ਜਿੱਦਾਂ ਜਿੱਥੇ ਮਾਪਿਓ ਵਿਆਹਣਗੇ ਆਪਣੇ ਘਰ ਚਲੀ ਜਾਊਗੀ, ਪਰ ਮੁੰਡੇ ਨੇ ਤਾਂ ਫਿਰ ਜੜ੍ਹਾਂ ਹਿਲਾ ਦੇਣੀ ਹੈ, ਨਹੀਂ ਹਿਲਾ ਦੇਣੀ ਹੈ। ਜੇ ਉਹ ਮਾੜਾ ਜਿਹਾ ਗਲਤ ਸੰਗਤੀ 'ਚ ਚਲਾ ਗਿਆ, ਨਸ਼ੇ ਕਰਨ ਲੱਗ ਗਿਆ, ਜਾਂ ਹੋਰ ਅੱਜ ਕੱਲ ਬੜੀਆਂ ਤਰੀਕੇ ਦੀਆਂ ਅੱਗੇ ਇਹ ਕਾਫੀ ਚੀਜ਼ਾਂ ਇੱਦਾਂ ਦੀਆਂ ਵੀ ਹੈਗੀਆਂ ਨੇ, ਕੁਛ ਵੀ ਦੇਖੋ ਅੱਜ ਕੱਲ ਤੁਸੀਂ ਐਕਸੈਪਟ ਕਰ ਸਕਦੇ ਹੋ, ਸੁਸਾਇਟੀ ਇੰਨੀ ਐਡਵਾਂਸ ਹੋ ਚੁੱਕੀ ਹੈ ਤੁਸੀਂ। ਔਰ ਦੂਸਰਾ ਇਹ ਕਿ ਜਿਵੇਂ ਮਾਪਿਓ ਇੱਦਾਂ, ਜਿਵੇਂ ਆਪਾਂ ਪਹਿਲੇ ਪਿਛਲੇ ਕੁਐਸਚਨ ਤੁਸੀਂ ਪੁੱਛਿਆ ਕਿ ਘਰੋਂ ਭੱਜਣਾ ਪੈਂਦਾ, ਤੇ ਫਿਰ ਗਲਤ ਚੀਜ਼ਾਂ ਵੱਲ ਵੀ ਤਾਂ ਹੀ ਅਟਰੈਕਸ਼ਨ ਹੋ ਰਹੀ ਹੈ, ਹਨਾ। LGBT ਇੱਕ ਸੰਸਥਾ ਹੈਗੀ ਹੈ, ਬਿਲਕੁਲ, ਔਰ ਬੜੀ ਰਿਸਪੈਕਟ ਹੈ ਮੇਰੀ ਉਹਨਾਂ ਵੱਲ, ਉਹਨਾਂ 'ਚ ਇਹ ਵੀ ਲੈਸਬੀਅਨ ਹੋ ਗਏ ਜਾਂ ਗੇਜ਼ ਹੋ ਗਏ, ਤੇ ਫਿਰ ਉਹ ਵਾਲੀ ਚੀਜ਼ਾਂ ਨੂੰ ਆਪੇ ਪ੍ਰਮੋਟ ਹੋਣਗੀਆਂ ਉਹ ਚੀਜ਼ਾਂ। ਬਿਲਕੁਲ, ਜੇ ਸਮਾਜ ਵਿੱਚ ਸਿੱਧੇ ਤਰੀਕੇ ਨਾਲ ਨਹੀਂ, ਤੇ ਫਿਰ ਲੋਕ ਇਸ ਤਰੀਕੇ ਨਾਲ ਵੀ ਫਿਰ ਅੱਗੇ ਵਧ ਰਹੇ। ਔਰ ਬਹੁਤ ਹਰ ਦੂਜਾ ਤੀਜੇ ਤੁਸੀਂ ਨੈਟ ਖੋਲ ਕੇ ਦੇਖੋ, ਇਹ ਹੁਣ ਇਹ ਮਤਲਬ ਲੀਗਲਾਈਜ਼ ਕਰ ਦਿੱਤੀਆਂ, ਬਾਹਰ ਦੀਆਂ ਸਰਕਾਰਾਂ ਨੇ ਤੇ ਇਹ ਚੀਜ਼ਾਂ ਲੀਗਲਾਈਜ਼ ਕਰ ਦਿੱਤੀਆਂ ਨੇ। ਅਸੀਂ ਅਜੇ ਇੱਥੇ ਇਸ ਟੌਪਿਕ ਤੇ ਗੱਲ ਕਰਨ ਤੋਂ ਵੀ ਥੋੜਾ ਜਿਹਾ ਝੱਕਦੇ ਹਾਂ, ਬਟ ਇਹ ਚੀਜ਼ਾਂ ਫਿਰ ਇਹ ਐਕਟਿਵ ਹੋ ਜਾਣਗੀਆਂ ਵੀ ਉਦਾਂ ਨਹੀਂ ਤੇ ਉਦਾਂ ਸਹੀ ਫਿਰ ਰਹੀ ਜਾਓ, ਹੋਰ ਕੀ ਹੈ ਫਿਰ। ਹਾਂ ਬਿਲਕੁਲ, ਬਹੁਤ ਸਮਾਜ ਨੂੰ ਤਾਂ ਉਹ ਵੀ ਮੰਨਿਆ ਨੇ, ਸਮਾਜ ਨੂੰ ਤਾਂ ਉਹ ਵੀ ਐਕਸੈਪਟ ਨਹੀਂ ਹੈ। ਬਿਲਕੁਲ, ਕਈ ਵਾਰੀ ਤੁਹਾਡੀ ਆਸੇ-ਪਾਸੇ ਦੀ ਰੋਕ ਟੋਕ ਤੁਹਾਡੀ ਜ਼ਿੰਦਗੀ ਨੂੰ ਜਿਉਣ ਦਾ ਨਜ਼ਰੀਆ ਬਦਲ ਕੇ ਰੱਖ ਦਿੰਦੀ ਹੈ, ਤੁਹਾਨੂੰ ਜ਼ਿੰਦਗੀ ਦੇ ਹੋਰ ਪਾਸੇ ਲੈ ਜਾਂਦੀ ਹੈ। ਬਿਲਕੁਲ ਸਹੀ ਕਹਿ ਰਹੇ ਹੋ। ਕਈ ਵਾਰੀ ਨਾ ਇਦਾਂ ਹੁੰਦਾ ਆ, ਮਮ ਮੈਂ ਆਹ ਕਰ ਲਾਂ, ਨਹੀਂ ਬੇਟਾ ਜੀ ਤੁਸੀਂ ਆਪਣੇ ਫਾਦਰ ਸਾਹਿਬ ਨੂੰ ਪੁੱਛ ਲਓ, ਮਮ ਮੈਂ ਆਹ ਕਰ ਲਾਂ, ਨਹੀਂ ਬੇਟਾ ਜੀ ਤੁਸੀਂ ਆਪਣੇ ਬ੍ਰਦਰ ਨੂੰ ਪੁੱਛ ਲਓ, ਮਮ ਤੁਸੀਂ ਕਿਉਂ ਨਹੀਂ ਕੋਈ ਫੈਸਲਾ ਲੈ ਸਕਦੇ, ਮਾਂ ਤੁਸੀਂ ਇਸ ਘਰ ਦੀ ਰਾਣੀ ਹੋ, ਮਹਾਰਾਣੀ ਹੋ, ਤੁਸੀਂ ਕਿਉਂ ਨਹੀਂ ਕੋਈ ਫੈਸਲਾ ਲੈ ਸਕਦੇ। ਹੁਣ ਚਲੋ ਜੀ ਇਦਾਂ ਹੋ ਗਿਆ, ਵਿਆਹ ਹੋ ਗਿਆ, ਮੈਂ ਇਦਾਂ ਕਰ ਲਾਂ, ਆਪਣੇ ਘਰ ਵਾਲੇ ਨੂੰ ਪੁੱਛ ਲਈ, ਆਪਣੇ ਸਹੁਰੇ ਨੂੰ ਪੁੱਛ ਲਈ, ਮਤਲਬ ਮੇਰੀ ਸਾਰੀ ਉਮਰ ਉਹਨਾਂ ਨੂੰ ਪੁੱਛਣ ਤੇ ਲੰਘ ਜਾਂਦੀ ਹੈ, ਉਹ ਤਾਂ ਮੈਨੂੰ ਕਦੇ ਨਹੀਂ ਪੁੱਛਦੇ। ਹਾਂ ਬਿਲਕੁਲ ਸਹੀ ਗੱਲ ਹੈ। ਇਹਦੇ 'ਚ ਇਹ ਕਿ ਜਿੱਥੇ ਆਪਾਂ ਅਗਰ ਗੱਲ ਕਰੀਏ ਵਿਮਨ ਇੰਪਾਵਰਮੈਂਟ ਦੀ, ਉਹ ਇਹੀ ਚੀਜ਼ ਹੈ ਕਿ ਡਿਸੀਜਨ, ਮੇਨ ਜਿਹੜੇ ਡਿਸੀਜਨਸ ਹੁੰਦੇ ਆ, ਪ੍ਰਾਪਰਟੀ ਦੇ ਹੋ ਗਏ, ਪੈਸਿਆਂ ਦੇ ਹੋ ਗਏ, ਬਿਜ਼ਨਸ ਕਿੱਥੇ ਕਰਨਾ ਹੈ, ਉਹਦੇ ਵਿੱਚ ਲੇਡੀ ਨੂੰ ਕਦੀ ਵੀ ਨਹੀਂ ਪੁੱਛਿਆ ਜਾਂਦਾ। ਲੇਡੀ ਕਿੱਥੇ, ਰਸੋਈ ਤੱਕ, ਅੱਜ ਕਿਹੜੀ ਦਾਲ ਸਬਜ਼ੀ ਬਣਨੀ ਹੈ, ਇਸ ਤੋਂ ਵੱਧ ਨਹੀਂ, ਹੈ ਨਾ। ਸੂਟ ਸਵਾਲੇ ਸੋਹਣੇ, ਇੱਥੇ ਜਾਣਾ, ਇੱਥੇ ਬਸ, ਉਹ ਇੱਕ ਸੈਕਿੰਡ ਪ੍ਰਾਇੋਰਿਟੀ ਵਾਲੀ ਚੀਜ਼ਾਂ ਵਿੱਚ ਲੇਡੀ ਅੱਗੇ ਹੈ।
ਫਸਟ ਪ੍ਰਾਇੋਰਿਟੀ ਜੋ ਕਿ ਸਾਰੀ ਪ੍ਰਾਪਰਟੀਆਂ ਦੇ ਪੈਸਿਆਂ ਦੇ ਮਾਮਲੇ, ਕਿੱਥੇ ਲੈਣਾ ਦੇਣਾ, ਕਿੱਥੇ ਖਰਚਣਾ, ਉਹ ਲੇਡੀ ਨੂੰ ਅਧਿਕਾਰ ਨਹੀਂ ਹੈ। ਮਹੀਨੇ ਦਾ ਇੱਕ ਫਿਕਸ ਖਰਚਾ, ਤੁਸੀਂ ਮੰਨੋਗੇ ਨਹੀਂ, ਮੈਂ ਇੱਦਾਂ ਦੀਆਂ ਵੀ ਲੇਡੀਜ਼ ਨੂੰ ਜਾਣਦੀ ਹਾਂ ਜੋ ਕਿ ਲੱਖਾਂ ਰੁਪਏ ਮਹੀਨੇ ਕਮਾ ਰਹੀਆਂ ਨੇ, ਪਰ ਜਾਂਦੇ ਹੀ ਸਾਰੀ ਦੀ ਸਾਰੀ ਸੱਸ ਦੇ ਚਰਨਾਂ 'ਚ ਰੱਖ ਦਿੰਦੀਆਂ ਨੇ। ਫਿਰ ਉਹਨੂੰ ਸਿਰਫ ਮੰਥਲੀ ਜਿਹੜਾ ਖਰਚਾ ਹੁੰਦਾ 10,000 20,000 ਜਿੰਨਾ ਵੀ ਉਹ ਦੇ ਕੇ ਤੇ ਪਾਸੇ, ਓ ਮਾਈ ਵਿਆਹ ਤੇਰੀ ਕੋਈ ਕਿੱਟੀ ਹੈ, ਕੋਈ ਤੇਰਾ ਸੂਟ ਸਮਾਨ ਦਾ ਖਰਚਾ ਹੈ, ਇੱਦਾਂ। ਤੇ ਵਿਮਨ ਇੰਪਾਵਰਮੈਂਟ ਦੀ ਆਪਾਂ ਲੇਡੀਜ਼ ਗੱਲ ਕਰਦੀਆਂ ਵਾਂ, ਇੰਪਾਵਰਮੈਂਟ ਕਿੱਥੇ ਹੈ? ਇਹ ਨਹੀਂ ਕਿ ਮੇਰੇ ਕੋਲ ਪੈਸਾ, ਮੇਰੇ ਕੋਲ ਸਾਰੀਆਂ ਸੁੱਖ ਸੁਵਿਧਾਵਾਂ ਨੇ, ਨੋ। ਜੇ ਇੱਥੋਂ ਹੀ ਅਸੀਂ ਬਲੌਕ ਆ, ਕਹਿੰਦੇ ਨੇ ਛਾਤਾ ਤੇ ਪੈਰਾਸ਼ੂਟ ਜਦ ਤੱਕ ਖੁੱਲਣਗੇ ਨਹੀਂ ਨਾ ਉਹ ਕੰਮ ਨਹੀਂ ਕਰਦੇ ਮੈਮ, ਬਿਲਕੁਲ ਸਹੀ ਗੱਲ ਹੈ, ਠੀਕ ਹੈ। ਤੇ ਇੱਥੋਂ ਹੀ ਅਸੀਂ ਬੰਦ ਆ, ਇੱਥੋਂ ਹੀ ਸਾਡਾ ਦਿਲ ਦਿਮਾਗ ਸਭ ਬੰਦ ਕੀਤਾ ਹੋਇਆ, ਬਲੌਕ ਕੀਤਾ ਹੋਇਆ। ਤੇ ਅਸੀਂ ਉੱਦਾਂ ਕਹਿੰਦੇ ਵੀ ਮੈਂ ਪੈਸੇ ਕਮਾ ਰਹੀ ਹਾਂ ਤੇ ਮੈਂ ਵਿਮਨ ਇੰਪਾਵਰਮੈਂਟ ਦੀ ਗੱਲ ਕਰ ਸਕਦੀ ਹਾਂ। ਨੋ, ਯੂ ਆਰ ਰੋਂਗ। ਪਹਿਲੇ ਦਿਲ ਤੋਂ ਵੀ ਤੁਸੀਂ ਖੁੱਲੋ, ਦਿਮਾਗ ਤੋਂ ਵੀ ਖੁੱਲੋ, ਸੋਚ ਖੁੱਲੀ ਰੱਖੋ, ਪ੍ਰੋਗਰੈਸ ਵਾਲੀ ਕਰਨ ਵਾਲੀ ਤੁਹਾਡੀ ਥੋਟ ਪ੍ਰੋਸੈਸ ਜਿਹੜਾ ਪੋਜ਼ਿਟਿਵ ਹੋਣਾ ਚਾਹੀਦਾ, ਤਾਂ ਤੁਸੀਂ ਅੱਗੇ ਵਧੋਗੇ, ਠੀਕ ਹੈ। ਔਰ ਇਹ ਵੀ ਤਾਂ ਗੱਲ ਆ ਜਾਂਦੀ ਆ ਕਿ ਜਦੋਂ ਕਿਤੇ ਵੀ ਸਵਾਲਾਂ ਦੀ ਗੱਲ ਹੁੰਦੀ ਹੈ ਨਾ, ਜਾਂ ਆਪਣੇ ਹੱਕਾਂ ਦੀ ਗੱਲ ਹੁੰਦੀ ਹੈ, ਤਾਂ ਲੋਕ ਕਹਿ ਦਿੰਦੇ ਕੀ ਕਰਨੀ ਇਹਨਾਂ ਨੇ ਆਜ਼ਾਦੀ ਲੈ ਕੇ, ਹਲੇ ਤੱਕ ਇਹ ਆਜ਼ਾਦੀ ਨਾਲ ਰੱਜੀਆਂ ਹੀ ਨਹੀਂ, ਹੋਰ ਇਹਨਾਂ ਨੂੰ ਬੀਬੀਆਂ ਨੂੰ ਕਿੰਨੀ ਕੁ ਆਜ਼ਾਦੀ ਚਾਹੀਦੀ ਹੈ। ਦੇਖੋ ਇਹ ਗੱਲ ਮੈਂ ਵਿੱਚ ਇਹ ਵੀ ਗੱਲ ਕਰਾਂਗੇ ਕਿ ਆਪਾਂ ਸਿਰਫ ਇਹੀ ਗੱਲ ਕਰਦੇ ਜਾਵਾਂਗੇ ਨਾ ਕਿ ਔਰਤ ਨਿਮਾਣੀ ਹੈ, ਔਰਤ ਨਾਲ ਅਤਿਆਚਾਰ, ਪਰ ਕਿਉਂਕਿ ਸੋਸ਼ਲ ਮੀਡੀਆ ਸਾਰਿਆਂ ਵਾਸਤੇ ਖੁੱਲਿਆ, ਐਟ ਦ ਸੇਮ ਟਾਈਮ ਲੇਡੀਜ਼ ਦੇਖੋ ਕਹਿੰਦੇ ਨੇ ਕੁਝ ਕੁ % ਲੇਡੀਜ਼ ਗਲਤ ਵੀ ਹੁੰਦੀਆਂ ਨੇ, ਜਿਹਦੇ ਕਰਕੇ ਜਿਵੇਂ ਹੁਣ ਤੁਸੀਂ ਇੰਸਟਾ ਹੀ ਖੋਲ ਲਵੋ, ਤੁਸੀਂ ਕੁਝ ਵੀ ਸਰਚ ਕਰੋਗੇ ਤੇ ਕਈ ਚੀਜ਼ਾਂ, ਕਈ ਆਪਣੇ ਥੋੜੇ ਜਿਹੇ ਫੋਲੋਅਰਸ ਵਧਾਉਣ ਵਾਸਤੇ ਵੀ ਕੱਪੜੇ, ਹੈ ਨਾ, ਡੀਪ ਨੈਕ ਹੋ ਜਾਂਦੀ ਹੈ, ਮਤਲਬ ਕੀ ਲੋੜ ਕੀ ਹੈ, ਅਜੀਬੋ ਗਰੀਬ ਚੀਜ਼ ਹੈ। ਤੇ ਉਹ 2-4% ਵਾਸਤੇ ਸਾਰੀ ਦੀ ਸਾਰੀ ਜਿਹੜੀ ਕਮਿਊਨਿਟੀ ਹੈ ਨਾ ਔਰਤਾਂ ਦੀ, ਕਹਿੰਦੇ ਨੇ ਔਰਤ 50% ਬਣਾਉਂਦੀ ਹੈ ਪੂਰੀ ਹੋਲ ਜਿਹੜਾ ਸਾਡਾ ਗਲੋਬਲ ਹੈ ਨਾ, 50% ਬੰਦਾ ਤੇ 50% ਔਰਤ ਹੈ, ਤਾਂ ਹੀ ਇਹ ਦੁਨੀਆ ਚੱਲ ਸਕਦੀ ਹੈ। ਤੇ ਉਹ ਪੂਰੀ ਦੀ ਪੂਰੀ 50% ਜਿਹੜੀ ਕਮਿਊਨਿਟੀ ਔਰਤਾਂ ਦੀ ਹੈਗੀ ਹੈ ਉਹਨੂੰ ਮਾੜਾ ਕਹਿਣ ਲੱਗ ਜਾਂਦੇ। ਔਰਤਾਂ ਤਾਂ ਹੁੰਦੀਆਂ ਹੀ ਇਦਾਂ ਦੀਆਂ, ਦੇਖੋ ਉਹ ਵੀ ਨੇ ਸਾਡੀਆਂ ਮਾਵਾਂ ਭੈਣਾਂ, ਕਈ ਤਾਂ ਕਹਿ ਦਿੰਦੇ ਆ ਨਾ ਜਿਨ੍ਹਾਂ ਨੇ ਘਰ ਬਣਾਇਆ। ਦੇਖੋ ਜਿੱਦਾਂ ਮੰਨ ਲਓ ਕੁੜੀ ਨੇ ਆਪਣਾ ਕੋਈ ਡਿਸੀਜਨ ਲੈ ਲਿਆ ਜ਼ਿੰਦਗੀ ਦੇ ਵਿੱਚ, ਜਾਂ ਕੁਝ ਆਪਣੇ ਹੱਕ ਦੀ ਗੱਲ ਕਰ ਲਈ, ਫਿਰ ਅੱਧੇ ਤੋਂ ਜ਼ਿਆਦਾ ਰਿਸ਼ਤੇਦਾਰ ਤਾਂ ਇਹ ਕਹਿਣ ਆ ਜਾਂਦੇ ਤੁਹਾਡੇ ਘਰ ਹੋਰ ਪੜਾਓ, ਹੋਰ ਭੇਜੋ ਇਹਨੂੰ ਬਾਹਰ। ਇਹ ਤਾਂ ਮੈਂ ਕਹਿੰਦੀ ਬਹੁਤ ਵਧੀਆ ਗੱਲ ਹੈ ਕਿ ਉਹਦੇ ਦਿਮਾਗ ਦੀ ਖਿੜਕੀਆਂ ਖੁੱਲੀਆਂ, ਉਹਦੇ 'ਚ ਡਿਸੀਜਨ ਮੇਕਿੰਗ ਪਾਵਰ ਆਈ। ਅਸਲੀ ਇੰਪਾਵਰਮੈਂਟ ਮੈਂ ਹੀ ਤਾਂ ਕਹਿ ਰਹੀ ਇਹੀ ਹੈ ਕਿ ਉਹਦਾ ਥੋੜਾ ਦਿਮਾਗ ਖੁੱਲਿਆ, ਉਹਦਾ ਦਿਲ ਖੁੱਲਿਆ, ਉਹਨੇ ਹੋਰ ਵੀ ਸੋਚਿਆ ਮੈਂ ਬਾਹਰ ਨਿਕਲ ਕੇ ਦੇਖਾਂ, ਉਹਨੇ ਉਡਾਨ ਭਰਨ ਦੀ ਸੋਚੀ। ਅਸੀਂ ਕਿ ਅਸੀਂ ਅੰਦਰ ਲੰਬੇ ਪਰ ਹੁੰਦੇ ਕਿ ਅੰਦਰ ਛੋਟੇ ਪਰ ਹੁੰਦੇ, ਅਸੀਂ ਛੋਟੇ ਪਰ ਤਾਂ ਕਤਰੀ ਜਾਂਦੇ ਆ ਘਰ ਦੇ ਅੰਦਰ, ਫਿਰ ਅਸੀਂ ਕਹਿੰਦੇ ਉੜਦੀ ਨਹੀਂ ਏ, ਠੀਕ ਹੈ। ਮੈਂ ਤਾਂ ਕਹਿੰਦੀ ਹਾਂ ਕਿ ਪਰ ਖੁੱਲਣ ਫੜਫੜਾ ਕੇ, ਜਿੱਦਾਂ ਬੰਦਿਆਂ ਨੂੰ, ਕਿਉਂ ਕਲਪਨਾ ਚਾਵਲਾ ਨੂੰ ਜੇ ਉਹਦੇ ਘਰਦਿਆਂ ਨੇ ਹਿੰਮਤ ਦਿੱਤੀ ਤਾਂ ਹੀ ਇੰਨੀ ਉੱਪਰ ਤੱਕ ਪਹੁੰਚੀ। ਝਾਂਸੀ ਦੀ ਰਾਣੀ ਮੈਦਾਨ 'ਚ ਲੜੀ, ਕਿੰਨੇ ਹੀ ਐਗਜ਼ਾਮਪਲ ਹੈਗੇ, ਕੋਈ ਇੱਕ ਐਗਜ਼ਾਮਪਲ ਤਾਂ ਹੈ ਨਹੀਂ। ਬਾਲੀਵੁੱਡ 'ਚ ਇੰਨੀਆਂ ਐਕਟ੍ਰੈਸਿਸ ਇਹਨਾਂ ਨਾਮ ਬਣਾਇਆ ਕੰਮ ਕਰਦੀ, ਉਹਨਾਂ ਨੂੰ ਹਿੰਮਤ ਕਿਤੇ ਨਾ ਕਿਤੇ ਤਾਂ ਮਿਲੀ ਕਿ ਬਾਹਰ ਨਿਕਲ, ਆਪਣੀ ਉਡਾਨ ਪਰ। ਬਿਲਕੁਲ, ਤੇ ਤਾਂ ਹੀ ਤੁਸੀਂ ਅੱਗੇ ਵਧ ਸਕਦੇ ਹੋ। ਬਿਲਕੁਲ। ਕੁਝ ਔਰਤਾਂ ਤਾਂ ਹੈਗੀਆਂ ਜਿਹੜਾ ਆਪਣੇ ਜਿਸਮ ਦਾ ਸਹਾਰਾ ਲੈ ਕੇ ਬਾਕੀਆਂ ਦੂਸਰੀਆਂ ਔਰਤਾਂ ਨੂੰ ਵੀ ਇਸ ਗੱਲ ਤੋਂ ਪਿੱਛੇ ਕਰ ਦਿੰਦੀਆਂ ਕਿ ਸ਼ਾਇਦ ਲੋਕੀ ਕਹਿੰਦੇ ਆ ਕਿ ਲੈ ਇਹ ਤਾਂ ਆਪਣਾ ਡੀਪ ਨੈਕ ਪਾ ਕੇ ਮਸ਼ਹੂਰ ਹੋ ਸਕਦੀਆਂ, ਇਹ ਤਾਂ ਹੈ ਨਾ ਗੋਡਿਆਂ ਤੋਂ ਉੱਚੀ ਸਕਰਟ ਪਾ ਕੇ ਮਸ਼ਹੂਰ ਹੋ ਸਕਦੀਆਂ। ਔਰ ਇਹ ਗੱਲ ਵੀ ਮੰਨਣੀ ਪੈਗੀ, ਖੁਦ ਫੋਲੋ ਵੀ ਆਪ ਉਹਨਾਂ ਨੂੰ ਕਰਦੇ ਆ, ਗੱਲਾਂ ਵੀ ਉਹਨਾਂ ਦੀਆਂ ਬਣਾਉਂਦੇ ਆ। ਹਾਂਜੀ ਬਿਲਕੁਲ, ਇਹ ਹਿਪੋਕ੍ਰਾਈਸੀ ਹੈ, ਇਹ ਹਿਪੋਕ੍ਰਾਈਟ ਹੈ ਸਾਡਾ ਸਮਾਜ। ਜਿਵੇਂ ਕਹਿੰਦੇ ਟੂ ਫੇਸਡ, ਕਹਿੰਦੇ ਨੇ ਕਿ ਟੂ ਫੇਸਡ ਲੋਕ ਸਾਹਮਣੇ ਆਉਣ ਤੇ ਪਹਿਲੇ ਮੈਂ ਸੋਚੂੰਗੀ ਨਹੀਂ ਕਿ ਕਿਹੜੇ ਮੂੰਹ ਤੇ ਕਿਹੜੀ ਗੱਲ ਤੇ ਥੱਪੜ ਪਹਿਲੇ ਮਾਰਾਂ, ਮਤਲਬ ਦੋਨੋਂ ਗੱਲਾਂ ਦੇ ਬਰਾਬਰ ਹੀ ਥੱਪੜਾਂ ਜੜ ਦੇਣੀਆਂ ਚਾਹੀਦੀਆਂ ਨੇ। ਵੀ ਤੂੰ ਉੱਧਰ ਹੁੰਨਾ ਤੇ ਉੱਧਰ ਦੀ ਗੱਲ ਸ਼ੁਰੂ ਕਰ ਦੇਣਾ, ਇੱਧਰ ਹੁੰਨਾ ਤੇ ਇੱਧਰ, ਹੈ ਨਾ। ਗੁਰਦੁਆਰੇ ਗਏ ਤੇ ਅਸੀਂ ਸੱਤਿਆਵਾਦੀ ਹੋ ਗਏ, ਤੇ ਜੇ ਬਾਹਰ 'ਚ ਬੈਠੇ ਆ ਤੇ ਅਸੀਂ ਦੁਨੀਆ ਜਹਾਨ ਦੀ ਔਰਤਾਂ ਨੂੰ ਅਸੀਂ ਗੱਲਾਂ ਕਰ ਲਵਾਂਗੇ, ਇੱਦਾਂ ਨਹੀਂ ਚੱਲਦਾ। ਮੈਂ ਕਹਿੰਦੀ ਜਿਵੇਂ ਤੁਸੀਂ ਗੱਲ ਕੀਤੀ ਕਿ ਆਪਣੇ ਸਰੀਰ ਨੂੰ ਵੇਚ ਕੇ, ਉਹ ਵੀ ਔਰਤ ਪਵਿੱਤਰ ਹੈ, ਉਹਦੇ ਘਰ ਦਾ ਚੁੱਲ੍ਹਾ ਹੀ ਉਸ ਚੀਜ਼ ਨਾਲ ਜਲਦਾ, ਉਹਦਾ ਉਹ ਬਿਜ਼ਨਸ ਹੈ, ਉਹ ਕੀ ਕਰੇ। ਜੇ ਉਹ ਪੜ੍ਹੀ ਲਿਖੀ ਨਹੀਂ ਸੀ ਜਾਂ ਉਹਦੀ ਜੰਜੀਰਾਂ 'ਚ ਜਕੜੀ ਵਾਲੀ ਸੋਚ ਹੈਗੀ ਸੀ, ਉਹਦੇ ਕੋਲ ਇੱਕੋ ਹੀ ਆਪਸ਼ਨ ਬਚੀ, ਕੱਲ ਨੂੰ ਉਹਦਾ ਸਮਝੋ ਕਿ ਉਹਦਾ ਘਰ ਵਾਲਾ ਵੀ ਨਿਕੰਮਾ ਹੈ, ਕੋਈ ਕੰਮ ਨਹੀਂ ਕਰ ਰਿਹਾ, ਨਸ਼ੇੜੀ ਹੈ ਜਾਂ ਕੋਈ ਹੋਰ ਡਿਫੋਰਮਿਟੀ ਹੋਊਗੀ, ਬੱਚੇ ਤਾਂ ਉਹਨੇ ਵੀ ਪਾਲਨੇ ਆ। ਤੁਸੀਂ ਦੇਖੋ ਮੈਂ ਤਾਂ ਤੁਹਾਡੀ ਗੱਲ ਨੂੰ ਰੋਕ ਰਹੀ ਹਾਂ। ਹਾਂਜੀ, ਕਈ ਔਰਤਾਂ ਜਿਸਮ ਦੇ ਇਸ ਧੰਦੇ ਦੇ ਵਿੱਚ ਆ ਜਾਂਦੀਆਂ ਹਨਾ, ਜਾਂ ਇਸ ਮਜਬੂਰੀ ਬਸ ਉਹ ਕੰਮ ਦੇ ਵਿੱਚ ਆ ਜਾਂਦੀਆਂ। ਕਈ ਸ਼ੌਂਕੀਆ ਦੇਖੋ ਕਰਦੀਆਂ। ਹਾਂਜੀ, ਮੈਂ ਤੁਹਾਨੂੰ ਹੀ ਦੱਸ ਰਹੀ ਹਾਂ, ਉਹ ਮਜਬੂਰੀ ਬਸ ਜਿਸਮ ਦੇ ਕੰਮ ਦੇ ਵਿੱਚ ਆ ਗਈਆਂ। ਆਉਂਦੇ ਤਾਂ ਉੱਥੇ ਵੀ ਮਰਦ ਹੀ ਪੈਣਾ ਉਹਨਾਂ ਕੋਲ, ਮਰਦ ਉੱਥੇ ਵੀ, ਉਹਨਾਂ ਮਰਦਾਂ ਨੂੰ ਵੀ ਉੱਥੇ ਨਹੀਂ ਪੁੱਛਿਆ ਜਾਂਦਾ, ਇੱਥੇ ਵੀ ਸਵਾਲ ਔਰਤ ਤੇ ਚੱਕਿਆ ਜਾਂਦਾ। ਬਿਲਕੁਲ ਇਹੀ ਤਾਂ ਗੱਲ ਹੈ ਕਿ ਮਰਦ, ਇਹ ਇੱਥੇ ਮੇਰੀ ਮਾਈਂਡ 'ਚ ਇੱਕ ਕਿਸੇ ਗਾਣੇ ਦੀ ਲਾਈਨ ਆ ਰਹੀ ਹੈ, औरत ने जन्म दिया मर्दों को, मर्दों ने उसे बाजार दिया, जी चाहा जब तक खेला उससे, जी चाहा फिर दुरकार दिया। ਇਸ ਲਾਈਨ 'ਚ ਸਾਰਾ ਕੁਝ ਆਇਆ, ਮੈਨੂੰ ਯਾਦ ਨਹੀਂ ਕਿਹੜੀ ਬਿਲਕੁਲ ਇੰਨੀ ਮੈਨੂੰ ਵੀ ਨਹੀਂ ਯਾਦ, ਪਰ ਤੁਸੀਂ ਬਹੁਤ ਸਹੀ ਗੱਲ ਕਹੀ ਹੈ। ਇਹ ਚੀਜ਼ ਤੁਸੀਂ ਦੇਖੋ ਟੁਕਦੀ ਹੈ। ਇਨਸਾਨ ਜਿਹੜਾ ਆਦਮੀ ਹੈ ਨਾ, ਉਹ ਦੋਨੋਂ ਪਾਸੇ ਦੀ ਗੇਮ ਖੇਲ ਰਿਹਾ ਵਾ, ਹੈ ਨਾ। ਔਰ ਹਾਂ ਗੱਲ ਬਾਕੀ ਰਹੀ ਕਿ ਦੇਖੋ ਇੱਕ ਤਾਂ ਉਹਦੀ ਮਜਬੂਰੀ ਹੈ ਤੇ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੈ, ਕੋਈ ਉਹਦੇ ਕੋਲ ਸਹਾਰਾ ਨਹੀਂ, ਹੱਥ 'ਚ 4 ਪੈਸੇ ਨਹੀਂ ਕਿ ਉਹ ਬਿਜ਼ਨਸ ਕਰ ਸਕੇ।
ਉਹਦੀ ਮਜਬੂਰੀ ਜਿਵੇਂ ਤੁਸੀਂ ਕਿਹਾ ਕਿ ਸਰੀਰ ਵੇਚਣਾ, ਤੇ ਕਈ ਅੱਜ ਕੱਲ ਇੰਸਟਾ ਤੇ ਫੋਲੋਅਰਸ ਵਧਾਉਣ ਦੇ ਚੱਕਰ 'ਚ ਵੀ ਬਿਲਕੁਲ ਸਹੀ ਗੱਲ ਕਰ ਰਹੇ ਹੋ ਤੁਸੀਂ ਕਿ ਅਸੀਂ ਕਈ ਵਾਰੀ ਖੁਦ ਗਲਤ ਹੋ ਕੇ ਟੂ ਫੇਸਡ ਹੋ ਜਾਂਦੇ ਆ ਹਨਾ, ਕੁਝ ਸਾਨੂੰ ਵੀ ਸੋਚ ਕੇ ਚੱਲਣਾ ਪਊਗਾ। ਪਰ ਤੁਹਾਡੀ ਗੱਲ ਇੱਕ ਮੈਨੂੰ ਬਿਲਕੁਲ ਸਹੀ ਲੱਗ ਰਹੀ ਹੈ ਕਿ ਅਸੀਂ ਬਚਪਨ ਤੋਂ ਹੀ ਸਾਡਾ ਦਿਮਾਗ ਕੁੜੀਆਂ ਦਾ ਇਦਾਂ ਕਰ ਦਿੱਤਾ ਗਿਆ, ਸਹੁਰਿਆਂ ਦੇ ਕੁਛ ਹੋਇਆ ਚੁੱਪ ਕਰਕੇ ਸਹਿ ਲਈ, ਚੁੱਪ ਕਰਕੇ ਸੁਣ ਲਈ। ਚਲੋ ਠੀਕ ਹੈ, ਇੱਕ ਕੁੜੀ ਨਵੇਂ ਘਰ ਗਈ ਆ, ਉੱਥੇ ਟਾਈਮ ਲੱਗਦਾ ਉਹਨੂੰ ਐਡਜਸਟ ਹੋਣ ਨੂੰ, ਸਹੁਰਿਆਂ ਨੂੰ ਵੀ ਚਾਹੀਦਾ ਟਾਈਮ ਲੱਗੂਗਾ ਐਡਜਸਟ ਹੋਣ ਨੂੰ। ਪਰ ਗੱਲ ਇਹ ਹੈ ਜੀ, ਨਹੀਂ ਤੂੰ ਚੁੱਪ ਕਰਕੇ ਸਹਿਣਾ। ਹੁਣ ਜੇ ਡਿਵੋਰਸ ਵੱਧ ਗਏ ਆ ਤਾਂ ਕੁੜੀਆਂ ਤੇ ਸਵਾਲ ਚੱਕੇ ਜਾਂਦੇ। ਅੱਜ ਕੱਲ ਦੀਆਂ ਕੁੜੀਆਂ ਚੁੱਪ ਕਰਕੇ ਬੈਠੇ, ਮਤਲਬ ਚੁੱਪ ਨਹੀਂ ਕਰਕੇ ਬਹਿੰਦੀਆਂ, ਸਹਿੰਦੀਆਂ ਨਹੀਂ, ਕੁਛ ਵੀ ਨਹੀਂ ਹੈਗਾ, ਮਤਲਬ ਉਹ ਚੁੱਪ ਕਰਕੇ ਕੁੱਟ ਖਾਈ ਜਾਣ। ਦੇਖੋ ਮੈਮ, ਜੇ ਅਸੀਂ ਕੁੜੀਆਂ ਨੂੰ ਕਿਹਾ ਕਿ ਤੂੰ ਚੁੱਪ ਕਰਕੇ, ਤੂੰ ਸੀਤਾ ਬਣ ਕੇ, ਪਰ ਅੱਗੋਂ ਪਤਾ ਨਹੀਂ ਉਹਨੂੰ ਇੱਕ ਤਾਂ ਹੁੰਦਾ ਨਾ ਚੁੱਪ ਕਰਕੇ ਇੰਨਾ ਕੁ ਤੁਸੀਂ ਬਰਦਾਸ਼ਤ ਕਰੋ ਕਿ ਬੈਲੈਂਸ ਬਣਿਆ ਰਵੇ, ਹਨਾ। ਕੁਝ ਸਹੁਰੇ ਵੀ ਸਮਝਣ ਕਿ ਠੀਕ ਹੈ ਬਾਹਰ ਜਾਂਦੀ ਹੈ, ਉਸ ਟਾਈਮ ਤੇ ਪਿੱਛੇ ਜੇ ਸੱਸ ਨੂੰ ਕੰਮ ਕਰਨਾ ਪੈਂਦਾ, ਜੇ ਸੱਸ ਕੰਮ ਨਹੀਂ ਕਰ ਸਕਦੀ ਤੁਸੀਂ ਸਰਵੈਂਟ ਰੱਖ ਸਕਦੇ ਹੋ, ਹੈਲਪਰ ਰੱਖ ਸਕਦੇ ਹੋ, ਹਨਾ। ਵੀ ਉਹ ਕੁੜੀ ਹੁਣ ਜੌਬ ਕਰਕੇ ਵੀ ਆਈ ਫਿਰ ਵੀ ਉਹ ਘਰ 'ਚ ਵੜੇ, ਪਹਿਲਾਂ ਚਾਹ ਦਾ ਕੱਪ ਸੱਸ ਨੂੰ ਦੇ ਕੇ ਜਾਵੇ ਸ਼ਾਮ ਨੂੰ ਆ ਕੇ, ਤੇ ਇਹ ਤਾਂ ਗਲਤ ਹੈ, ਇਹ ਤਾਂ ਨਜਾਇਜ਼ ਹੋ ਜਾਏਗੀ ਨਾ। ਫਿਰ ਤੁਸੀਂ ਉਹਦੇ ਪੈਸੇ ਵੀ, ਉਹ ਇਨਕਮ ਵੀ ਤੁਹਾਨੂੰ ਕਮਾ ਕੇ ਦੇ ਰਹੀ ਹੈ, ਇਨਕਮ ਵੀ ਆ ਰਹੀ ਹੈ ਨਾਲ, ਤੁਸੀਂ ਉਹਦੇ ਤੇ ਟੌਰਚਰ ਵੀ ਕਰੋ। ਫਿਰ ਇੱਕ ਲਿਮਿਟ ਹੁੰਦੀ ਹੈ, ਕਹਿੰਦੇ ਕਿ ਸਹਿਣਾ ਚੰਗੀ ਗੱਲ ਹੈ ਵੱਡਿਆਂ ਦੀ, ਪਰ ਜਦੋਂ ਵੱਡੇ ਹੀ ਉੱਥੇ ਗਲਤ ਹੋਣ ਲੱਗ ਜਾਣ, ਆਪਣੇ ਅਸੂਲਾਂ ਦੇ ਖਿਲਾਫ ਹੋਣ ਲੱਗ ਜਾਣ, ਔਰ ਫਿਰ ਜਦ ਤੁਹਾਡੇ ਨੱਕ ਪਾਣੀ ਆ ਜਾਏਗਾ ਮੈਮ, ਫਿਰ ਤੁਸੀਂ ਡੁੱਬਣਾ ਤੇ ਨਹੀਂ, ਫਿਰ ਉਹ ਕੁੜੀ ਸ਼ੋਰ ਤਾਂ ਪਾਊਗੀ, ਬਾਹਰ ਤਾਂ ਉਹ ਆਏਗੀ ਨਾ ਅਲਟੀਮੇਟਲੀ ਵੀ ਮੇਰੇ ਨਾਲ ਮਾੜਾ ਹੋ ਰਿਹਾ, ਠੀਕ ਹੈ। ਆਪਣੇ ਦੇਖੋ ਦੱਬੋ, ਵੱਡਿਆਂ ਦੀ ਰਿਸਪੈਕਟ ਜ਼ਰੂਰੀ ਹੈ ਵੀ ਉਹਨਾਂ, ਹਾਂ ਠੀਕ ਹੈ ਮੰਮਾ ਤੁਹਾਡੀ ਰਿਸਪੈਕਟ ਹੈ, ਠੀਕ ਹੈ ਤੁਸੀਂ 올ਡ ਏਜ ਹੋ, ਮੈਂ ਯੰਗ ਹਾਂ, ਮੈਂ ਜ਼ਿਆਦਾ ਕੰਮ ਕਰ ਸਕਦੀ, ਮੈਂ ਕਰੂੰਗੀ। ਪਰ ਉਹਦਾ ਅਗਰ ਸਹੁਰੇ ਨਜਾਇਜ਼ ਹੀ ਫਾਇਦਾ ਚੱਕੀ ਜਾਣ ਕਿ ਠੀਕ ਹੈ ਤਾਂ ਸ਼ਾਇਦ ਬੇਵਕੂਫੀ ਹੈਗੀ ਹੈ, ਫਿਰ ਤੁਸੀਂ ਉੱਥੇ ਤੋਂ ਆਪਣੇ ਅਧਿਕਾਰ ਵੀ ਨਾਲ ਹੀ ਯਾਦ ਰੱਖੋ ਤੁਸੀਂ, ਬਿਲਕੁਲ, ਕਿ ਮੈਂ ਆਵਾਜ਼ ਵੀ ਉਠਾਉਣੀ ਹੈ, ਕਿਉਂਕਿ ਮੈਂ ਸਹੀ ਚੱਲ ਰਹੀ ਹਾਂ, ਮੇਰੇ ਨਾਲ ਜੇ ਗਲਤ ਹੋ ਰਿਹਾ ਫਿਰ ਮੈਂ ਆਵਾਜ਼ ਨਹੀਂ ਉਠਾਉਂਗੀ। ਮੈਂ ਪਿੱਛੇ ਜੇ ਮਨਜੀਤ ਕੌਰ ਦਾ USA ਵਾਲਾ ਕੇਸ ਸ਼ਾਇਦ ਤੁਹਾਨੂੰ ਪਤਾ ਹੀ ਹੋਏਗਾ, ਉਹਨੂੰ ਸਿਰਫ ਇਸ ਕਰਕੇ ਟੌਰਚਰ ਕੀਤਾ ਜਾਂਦਾ ਸੀ ਕਿ ਉਹਨੇ 2 ਕੁੜੀਆਂ ਜੰਮਤੀਆਂ। ਔਰ ਤੁਸੀਂ ਦੇਖੋ, ਮੈਂ ਕਹਿੰਨੀ ਉਹਦੀ ਵੀਡੀਓਜ਼ ਵਾਇਰਲ ਹੋਈਆਂ ਨੇ, ਦਿਲ ਨੂੰ ਇੰਨਾ ਦੁੱਖ ਲੱਗਦਾ ਦੇਖ ਕੇ, ਪਾਪਾ ਮੰਮਾ ਨੂੰ ਨਾ ਮਾਰੋ, ਬਸ ਕਰੋ ਪਾਪਾ, ਬਸ ਕਰੋ। ਮੈਂ ਤਾਂ ਤੁਸੀਂ ਡਾਕਟਰ ਆ ਹਨਾ, ਸਾਇੰਸ ਅਸੀਂ ਵੀ ਪੜ੍ਹੀ ਆ, ਜੇ ਹੋਰ ਨਹੀਂ ਤਾਂ ਹੋਰ 10ਵੀਂ ਤਾਂ ਸਾਰਿਆਂ ਨੇ ਕੀਤੀ ਆ, 10ਵੀਂ ਤੱਕ ਸਾਰਿਆਂ ਨੇ ਸਾਇੰਸ ਪੜ੍ਹੀ ਆ। ਅੱਜ ਕੱਲ ਦੇ ਬੇਵਕੂਫ ਲੋਕਾਂ ਨੂੰ ਇਹ ਨਹੀਂ ਪਤਾ ਲੱਗਾ ਮੁੰਡਾ ਹੋਣਾ ਮਰਦ ਦੇ ਹੱਥ ਹੁੰਦਾ ਹੈ, ਕੁੜੀ ਦੇ ਹੱਥ ਨਹੀਂ ਹੁੰਦਾ। ਪਤਾ ਨਹੀਂ ਕੁੜੀ ਨੂੰ ਸੇਬ ਖਿਲਾਈ ਜਾਂਦੇ, ਕੁੜੀ ਨੂੰ ਡੇਰਿਆਂ ਤੋਂ ਲਿਆ ਲੱਡੂ ਖਿਲਾਈ ਜਾਂਦੇ, ਹੋਣਾ ਮੁੰਡਾ ਮੁੰਡੇ ਦੇ ਹਿਸਾਬ ਨਾਲ। ਗੱਲ ਘੁੰਮ ਕੇ ਉੱਥੇ ਆਂਦੀ ਹੈ ਕਿ ਰੂੜੀਵਾਦੀ ਪੁਰਾਣੀ ਜਿਹੜੀ ਸੋਚ ਹੈ ਨਾ 16ਵੀਂ ਸਦੀ ਦੀ, ਉਹਨੂੰ ਜੇ ਜਦ ਤੱਕ ਅਸੀਂ ਨਹੀਂ ਬਦਲਾਂਗੇ, ਅਸੀਂ ਇੰਦਾਂ ਹੀ ਰੋਂਦੇ ਧੋਂਦੇ ਰਵਾਂਗੇ, ਚਾਹੇ ਕੁੜੀ ਨੇ ਭੱਜ ਕੇ ਵਿਆਹ ਕਰਾ ਲਿਆ, ਚਾਹੇ ਕੁੜੀ ਸਹੁਰਿਆਂ ਦੇ ਘਰ ਜਾ ਕੇ ਸਹਿ ਰਹੀ ਹੈ। ਕਿਉਂਕਿ ਸੋਚ ਸਾਡੀ ਵੀ ਸ਼ੁਰੂ ਤੋਂ, ਅਸੀਂ ਉਹਨੂੰ ਦਿਖਾਇਆ ਕਿ ਨਹੀਂ ਤੂੰ 2 ਨੰਬਰ ਪਿੱਛੇ, ਤੇਰਾ ਭਰਾ ਅੱਗੇ ਹੈ, 8 ਵਜੇ ਤੋਂ ਬਾਅਦ ਤੂੰ ਨਹੀਂ ਬਾਜ਼ਾਰ ਜਾਣਾ, ਜੋ ਕਹਿਣਾ ਭਰਾ ਤੂੰ, ਹਨਾ। ਡਿਸੀਜਨ ਮੇਕਿੰਗ ਉਹਨੂੰ ਨਹੀਂ ਬਣਾਇਆ, ਉਹਦਾ ਕੌਨਫੀਡੈਂਸ ਲੋ ਕਰਤਾ, ਉਹਨੂੰ ਦਬਾ ਕੇ ਤੂੰ ਸਹਿ, ਤੂੰ ਦੱਬ, ਕੋਈ ਨਹੀਂ ਸਹੁਰਿਆਂ ਦੇ ਖੁਸ਼ ਰਹੇਗੀ। ਉਲਟਾ ਉਹ ਸਹਿਣ ਦੀ ਆਦਤ ਉਹ ਹੋਰ ਸਿਰ ਤੇ ਚੜ ਗਏ, ਠੀਕ ਹੈ ਕਿ ਨਹੀਂ। ਕਹਿੰਦੇ ਬੱਕਰਾ ਨਹੀਂ ਬੋਲਦਾ ਤੇ ਉਹ ਵੱਢਿਆ ਹੀ ਜਾਂਦਾ, ਸ਼ੇਰ ਦੇਖੋ ਪੂਰੇ ਜੰਗਲ ਤੇ ਰਾਜ ਕਰਦਾ, ਉਹਦੀ ਇੱਕ ਦਹਾੜ ਹੀ ਕਾਫੀ ਹੁੰਦੀ ਹੈ। ਜਿਵੇਂ ਕਹਿੰਦੇ ਸन्नाटा ही जंगल ਦਾ ਦੱਸਦਾ ਕਿ ਇੱਥੇ ਸ਼ੇਰ ਵਸਦਾ ਬਿਲਕੁਲ ਤੇ ਬੱਕਰੇ ਵਾਂਗੂ ਮਿੰਮੀਆਂ ਜਿਹਦੇ ਮਰਜ਼ੀ ਗਰਦਨ ਸਾਰੇ ਵੱਢੀ ਜਾਂਦੇ ਆ ਕੁੱਕੜ ਵੱਢੀ ਜਾਓ ਬੱਕਰੇ ਵੱਢੀ ਜਾਓ ਕਿਉਂਕਿ ਉਹ ਆਪਣੇ ਵਾਸਤੇ ਆਵਾਜ਼ ਹੀ ਨਹੀਂ ਉਠਾ ਸਕਦੇ ਬਿਲਕੁਲ ਉਹ ਆਪਣਾ ਹੱਕ ਲੈਣ ਦੀ ਹਿੰਮਤ ਹੀ ਨਹੀਂ ਰੱਖਦੇ ਫਿਰ ਇੱਕ ਟਾਈਮ ਹੈ ਜੋ ਤੁਹਾਨੂੰ ਤਲਵਾਰ ਹੱਥ 'ਚ ਫੜਨੀ ਪੈਣੀ ਹੈ ਤੁਹਾਨੂੰ ਆਪਣੇ ਵਾਸਤੇ ਸਟੈਂਡ ਲੈਣਾ ਪੈਣਾ ਤੁਹਾਨੂੰ ਸ਼ੇਰਨੀ ਵਾਂਗੂ ਗੱਜਣਾ ਹੀ ਪੈਣਾ ਬਿਲਕੁਲ ਹਾਂਜੀ ਅਸੀਂ ਤਾਂ ਜੀ ਨੌ ਲੈ ਕੇ ਆਉਣੀ ਆ ਨੌ ਰੋਟੀਆਂ ਪਕਾ ਲੈਂਦੀ ਆ ਨੌ ਸਾਡੀ ਸੇਵਾ ਕਰ ਲੂਗੀ ਨੌ ਸਬਜ਼ੀ ਬਣਾ ਲੈਂਦੀ ਆ ਨੌ ਘਰ ਦੇ ਕੰਮ ਕਰ ਲੈਂਦੀ ਆ ਕੋਈ ਨਹੀਂ ਨੌ ਨੂੰ ਪੁੱਛਦਾ ਕਿ ਨੌ ਅਸੀਂ ਲੈ ਕੇ ਆਉਣੀ ਆ ਤੇਰੇ ਕੋਈ ਸੁਪਨੇ ਤਾਂ ਨਹੀਂ ਤੂੰ ਜ਼ਿੰਦਗੀ 'ਚ ਕੁਝ ਬਣਨਾ ਚਾਹੁੰਦੀ ਬਣਨਾ ਤਾਂ ਨਹੀਂ ਚਾਹੁੰਦੀ ਜੇ ਤੇਰੇ ਮਾਂ-ਬਾਪ ਨੇ ਤੈਨੂੰ ਪੜਾਇਆ ਨਹੀਂ ਅਸੀਂ ਤੈਨੂੰ ਪੜਾ ਦਈਏ ਜੇ ਤੇਰੇ ਮਾਂ-ਬਾਪ ਨੇ ਤੇਰੇ ਆਹ ਸੁਪਨੇ ਨਹੀਂ ਪੂਰੇ ਕੀਤੇ ਅਸੀਂ ਤੈਨੂੰ ਉੱਥੇ ਲੈ ਜਾਈਏ ਇਹ ਕੋਈ ਨਹੀਂ ਪੁੱਛਦਾ ਮੈਨੂੰ ਪਤਾ ਕੀ ਲੱਗਦਾ ਇਹਦੇ ਵਿੱਚ ਨਾ ਇਹ ਵੀ ਚੀਜ਼ ਕਾਊਂਟ ਕਰਦੀ ਹੈ ਮੈਮ ਕਿ ਜਿਸ ਤਰ੍ਹਾਂ ਕਿ ਉਹ ਸੱਸ ਪਤਾ ਨਹੀਂ ਕਿਹੜੇ ਉਹਦੀ ਸੱਸ ਨੇ ਕਿੰਨਾ ਕੁ ਟੌਰਚਰ ਕੀਤਾ ਹੋਏਗਾ ਇਹ ਪੀੜੀ ਮੇਡ ਲੈ ਆਓ ਹਾਂ ਪੀੜੀ ਦਰ ਪੀੜੀ ਹਾਂ ਮੇਡ ਲੈ ਆਓ ਉਹ ਕਿ ਮੈਂ ਜੇ ਸਿਆਹ ਸੀ ਅੱਜ ਭਾਵੇਂ ਉਹ ਵਿਚਾਰੀ ਵਧੀਆ ਹੀ ਆਈ ਹੈ ਪਰ ਮੈਂ ਉਹ ਬਦਲੇ ਲੈਣੇ ਆ ਤੁਸੀਂ ਇਹ ਦੇਖੋ ਤੁਹਾਡੀ ਧੀ ਉੱਥੇ ਜਾ ਕੇ ਕੰਮ ਨਾ ਕਰੇ ਗੱਲ ਤਾਂ ਦੇਖੋ ਕੁਮਕੁਮਾ ਕੇ ਨਾ ਆਣਾ ਕਹਿੰਦੇ ਨਾ ਮੱਕੜੀ ਹੈ ਉਹ ਜਾਲ ਇੱਥੇ ਬੁਣੀ ਜਾਂਦੀ ਹੈ ਤੁਸੀਂ ਇੱਥੇ ਕੱਟ ਫੱਟ ਦਿਓਗੇ ਹੱਥ ਨਾਲ ਤੋੜ ਦਿਓਗੇ ਜਾਲ ਤੁਸੀਂ ਉਹ ਕੋਨੇ ਛੱਡ ਦਿਓਗੇ ਉੱਥੇ ਫਿਰ ਕਿਉਂਕਿ ਉਹ ਆਪਣੇ ਜਾਲ 'ਚ ਆਪ ਹੀ ਉਲਝੀ ਹੋਈ ਹੈ ਸਾਨੂੰ ਖੁਦ ਹੀ ਨਹੀਂ ਪਤਾ ਅਸੀਂ ਕਿੱਥੇ ਗਲਤ ਆ ਕਿੱਥੇ ਸਹੀ ਆ ਤੁਸੀਂ ਇਹ ਦੇਖੋ ਨਾ ਉਹੀ ਮਾਂ ਕਹਿੰਦੀ ਹਾਏ ਮੇਰੀ ਧੀ ਨੂੰ ਇਦਾਂ ਕਰਦੇ ਇਦਾਂ ਤੇ ਆਪਣੀ ਨੂੰਹ ਨੂੰ ਤੰਗ ਕਰੀ ਜਾਂਦੀ ਹੈ ਐਟ ਦਾ ਸੇਮ ਟਾਈਮ ਉਹ ਵੀ ਤੇ ਕਿਸੇ ਦੀ ਧੀ ਹੈ ਨਾ ਇਦਾਂ ਹੀ ਸੱਸ ਜੇ ਨੂੰਹ ਆਈ ਹੈ ਤੇ ਨਹੀਂ ਕਿਉਂਕਿ ਮੈਨੂੰ ਮੇਰੀ ਸੱਸ ਨੇ ਕਿਸੇ ਜ਼ਮਾਨੇ 'ਚ ਤੰਗ ਕੀਤਾ ਸੀ ਮੈਂ ਉਹ ਬਦਲੇ ਲੈਣੇ ਕਿਸੇ ਨਾ ਕਿਸੇ ਤਰੀਕੇ ਉਹ ਪੜਾਸ ਕੱਢਦੀ ਹੀ ਰਹਿੰਦੀ ਹੈ ਕੁੜੀ ਵੀ ਕਹਿੰਦੀ ਮੈਂ ਤਾਂ ਕੁਛ ਨਹੀਂ ਕਰਦੀ ਮੰਮੀ ਫਿਰ ਮੇਰੇ ਨਾਲ ਵੀ ਆਟਾ ਗੁੰਨਦੀ ਪੰਜਾਬੀ 'ਚ ਕਹਿੰਦੇ ਹਿਲਦੀ ਕਿਉਂ ਹੈ ਵੀ ਕਸੂਰ ਮੈਂ ਕੁਛ ਨਹੀਂ ਕੀਤਾ ਤੇ ਫਿਰ ਵੀ ਮੈਨੂੰ ਝੜਕਾਂ ਪੈਂਦੀਆਂ ਨੇ ਨਾ ਸੋ ਇਹ ਚੀਜ਼ਾਂ ਪੀੜੀ ਦਰ ਪੀੜੀ ਅਸੀਂ ਆਪਣੇ ਅੰਦਰ ਝਾਤ ਮਾਰੀਏ ਤਾਂ ਸਮਾਜ ਬਦਲੇਗਾ ਅਸੀਂ ਗੱਲ ਕਰਦੇ ਹਾਂ ਸਟਾਰਟ ਤਾਂ ਅਸੀਂ ਆਪਣੇ ਆਪ ਤੋਂ ਕਰੀਏ ਆਪਣੇ ਆਪ ਨੂੰ ਪਹਿਲੇ ਕਹਿੰਦੇ ਸ਼ੀਸ਼ੇ 'ਚ ਪਹਿਲੇ ਖੁਦ ਨੂੰ ਸ਼ੀਸ਼ਾ ਦਿਖਾਉਣਾ ਚਾਹੀਦਾ ਫਿਰ ਦੂਜੇ ਨੂੰ ਦਿਖਾਓ ਪਹਿਲੇ ਦੇਖੋ ਆਪਣੇ ਅੰਦਰ ਆਪਣੇ ਆਪ ਨੂੰ ਐਨਾਲਾਈਜ਼ ਕਰੀਏ ਕਿ ਸਾਡੇ ਅੰਦਰ ਕਿੰਨੀਆਂ ਕਮੀਆਂ ਨੇ ਬਿਲਕੁਲ ਜੇ ਸਾਨੂੰ ਆਪਣਾ ਹੀ ਨਹੀਂ ਪਤਾ ਮੇਰੇ ਨਾਲ ਵੀ ਤਾਂ ਸਮਾਜ ਬਣਦਾ ਭਾਵੇਂ ਮੈਂ ਕਿੰਨਾ 0.001% ਸਮਾਜ ਦਾ ਬਣਾਉਂਦੀ ਹਾਂ
ਜੇ ਮੈਂ ਸੁਧਰ ਗਈ, ਮੇਰੇ ਆਲੇ ਦੁਆਲੇ ਦੇ 10 ਲੋਕ ਸੁਧਰ ਗਏ ਮੇਰੇ ਵਿਚਾਰ ਸੁਣ ਕੇ, ਇਦਾਂ ਹੀ ਹੈ। ਤੁਸੀਂ ਆਪਣੇ ਆਪ ਨੂੰ ਪਹਿਲੇ ਸੁਧਾਰੋ ਤੇ ਦੁਨੀਆ ਆਪਣੇ ਆਪ ਸੁਧਰਦੀ ਚਲੀ ਜਾਏਗੀ। ਜੇ ਮੈਂ ਕਹਿੰਦੀ ਹਾਂ ਮੈਂ ਤਾਂ ਪਰਫੈਕਟ ਹੈਗੀ ਹਾਂ, ਜਿੱਥੇ ਤੁਸੀਂ ਕਹਤਾ ਪਰਫੈਕਟ, ਮਤਲਬ ਇੱਕ ECG ਦੀ ਲਾਈਨ ਦੇਖੀ ਹੈ ਨਾ, ਜੋ ਟੀ ਉਹ ਡੈਡ ਲਾਈਨ, ਮਤਲਬ ਯੂ ਆਰ ਡੈਡ। ਜੇ ਤੁਹਾਡੇ 'ਚ ਅੱਗੇ ਵਧਣ ਦੀ ਉਹ ਸੰਭਾਵਨਾ ਹੀ ਮੁੱਕ ਗਈ ਕਿ ਮੈਂ ਪਰਫੈਕਟ ਨਹੀਂ, ਮੇਰੇ 'ਚ ਕੋਈ ਕਮੀ ਹੋ ਸਕਦੀ ਹੈ, ਤੇ ਸੁਧਾਰ ਕਿੱਦਾਂ ਕਰੋਗੇ? ਬਿਲਕੁਲ। ਤੇ ਲੋਕਾਂ ਨੂੰ ਵੀ ਕਿੱਦਾਂ ਸੁਧਾਰੋਗੇ? ਬਿਲਕੁਲ, ਠੀਕ ਹੈ। ਸੋਚ ਇੱਥੇ ਤੇ ਇੱਥੇ ਖੁੱਲੀ ਹੋਣੀ ਚਾਹੀਦੀ ਹੈ, ਤਾਂ ਹੀ ਸਹੀ ਮੈਸੇਜ ਸਮਾਜ ਨੂੰ ਜਾਊਗਾ ਤੇ ਸਮਾਜ ਅੱਗੇ ਵਧੇਗਾ। ਬਿਲਕੁਲ ਸਹੀ ਗੱਲ ਹੈ। ਔਰ ਤੁਸੀਂ ਇਹ ਦੇਖ ਲਓ ਕਿ ਸਿਆਣੇ ਬੰਦੇ ਕਹਿੰਦੇ ਆ ਕਿ ਰੱਬ ਸਾਡੀ ਕਿਸੇ ਤੋਂ ਸੇਵਾ ਨਾ ਕਰਾਵੇ, ਅਸੀਂ ਤੁਰਦੇ ਫਿਰਦੇ ਦੁਨੀਆ ਤੋਂ ਜਾਈਏ, ਅਸੀਂ ਕਿਸੇ ਦੇ ਮੁਹਤਾਜ ਨਾ ਹੋਈਏ। ਔਰ ਨੌ ਦੇਖਣ ਗਿਆ ਪਹਿਲਾਂ ਕਹਿੰਦੇ ਸਾਡੀ ਸੇਵਾ ਕਰ ਦੇਵੇ, ਆਪਣੀ ਸੁੱਖ ਸਾਂਦ ਨਹੀਂ ਮੰਗਦੇ। ਬਿਲਕੁਲ। ਔਰ ਇਹ ਵੀ ਗੱਲ ਹੋ ਜਾਂਦੀ ਹੈ ਕਿ ਜਦੋਂ ਇੱਕ ਔਰਤ ਦੇ ਸੁਪਨਿਆਂ ਨੂੰ ਰੋਕਿਆ ਜਾਂਦਾ, ਟੋਕਿਆ ਜਾਂਦਾ, ਔਰ ਹਰੇਕ ਨੂੰ ਹੀ ਟੋਕਿਆ ਜਾਂਦਾ। ਮੈਂ ਤਾਂ ਕਹਿੰਦੀ ਵੱਡੀ ਤੋਂ ਵੱਡੇ ਅਹੁਦੇ ਤੇ ਬੈਠੀ ਹੋਈ ਔਰਤ ਵੀ ਹੈ ਨਾ, ਉਹ ਆਪਣੇ ਗਾਰਡਸ ਤੋਂ ਬਿਨਾਂ ਬਾਹਰ ਗੱਡੀ 'ਚੋਂ ਉਤਰੇਗੀ ਔਰ ਲੋਕਾਂ ਦੀਆਂ ਭੈੜੀਆਂ ਨਜ਼ਰਾਂ ਉਸਨੂੰ ਤੰਗ ਕਰਨਗੀਆਂ ਹੀ ਕਰਨਗੀਆਂ। ਕਹਿੰਦੇ ਕਿਸੇ ਨੇ ਪੁੱਛਿਆ ਲੜਕੀ ਹੋਣਾ ਪਾਪ है, मोरियों जवाब आया नहीं, गरीब की लड़की होना पाप है। आप तो गाड़ियों में बैठ के जाओगे, गाड़ियों में आओगे, आपको रास्ते में कौन तंग करेगा? हमसे पूछ कर देखो जो आपको जगह जगह पर लोग। ਇੱਥੇ ਮੇਰੇ ਮਾਈਂਡ 'ਚ ਇੱਕ ਪੁਆਇੰਟ ਆ ਗਿਆ, ਮੈਂ ਜ਼ਰੂਰ ਮੈਮ ਸੌਰੀ ਤੁਹਾਨੂੰ ਟੋਕਣ ਲੱਗੀ ਆ, ਕਿ ਕਹਿੰਦੇ ਨੇ ਕਿ ਜੋ ਐਕਟ੍ਰੈਸਿਸ ਪਰਦੇ ਤੇ ਕਰਦੀਆਂ ਨੇ ਨਾ, ਉਹਦਾ ਖਮਿਆਜਾ ਭੁਗਤਦੀਆਂ ਨੇ ਗਰੀਬ ਕੁੜੀਆਂ, ਜਿਨ੍ਹਾਂ ਨੂੰ ਕਿ ਆਟੋ ਰਿਕਸ਼ਾ ਲੈ ਕੇ, ਜਿਨ੍ਹਾਂ ਆਪਣੀ ਸਕੂਟੀ ਤੇ, ਪਿੱਛੇ ਜੇ ਇੱਕ ਦਿੱਲੀ 'ਚ ਰੇਪ ਹੋਇਆ ਸੀ, ਉਹਦੀ ਸਕੂਟੀ ਨੂੰ ਪਹਿਲੇ 5 ਬੰਦੇ ਸੀ, ਉਹ ਪੰਕਚਰ ਕੀਤਾ ਗਿਆ ਸੀ। ਫਿਰ ਉਹ ਕੁੜੀ ਦੇਖੇ ਹਨੇਰਾ ਹੋ ਗਿਆ, ਫਿਰ ਉਹ ਬਹਾਨੇ ਨਾਲ ਗਏ ਕਿ ਠੀਕ ਕਰਦੇ ਆ, ਉਹਨੂੰ ਇੱਧਰ ਉੱਧਰ ਲੈ ਗਏ। ਤੇ ਇਹ ਦੇਖੋ ਮਤਲਬ ਜੋ ਵੀ ਪਿਕਚਰਾਂ 'ਚ ਦਿਖਾਇਆ ਜਾਂਦਾ ਨਾ, ਉਹਦਾ ਈਜ਼ੀਲੀ ਵਿਕਟਿਮ, ਉਹਦਾ ਪੂਅਰ ਵਿਕਟਿਮ ਬੰਦੀਆਂ ਨੇ ਗਰੀਬ ਕੁੜੀਆਂ। ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਅਮੀਰ ਕੁੜੀਆਂ ਨੇ ਤਾਂ ਡਰਾਈਵਰਾਂ ਦੇ ਨਾਲ ਗੱਡੀਆਂ 'ਚ ਜਾਣਾ ਹੈ, ਭਾਵੇਂ ਅਮੀਰ ਕੁੜੀਆਂ ਖੁਦ ਗਲਤ ਹੋਣ, ਗਲਤੀ ਕਿਸੇ ਦੀ ਭੁਗਤਦਾ ਕੋਈ ਹੈ। ਇਹੀ ਤਾਂ ਸਾਡੇ ਸਮਾਜ ਦੀ ਸਭ ਤੋਂ ਵੱਡੀ ਲਾਨਤ ਹੈ, ਇਹਨੂੰ ਅਸੀਂ ਚੇਂਜ ਕਰਨਾ ਪਏਗਾ। ਇੱਥੇ ਇੱਕ ਹੋਰ ਵੀ ਪੁਆਇੰਟ, ਮੇ ਵੀ ਕਈਆਂ ਨੂੰ ਪੁਆਇੰਟ ਨਾ ਵੀ ਵਧੀਆ ਲੱਗੇ, ਕਹਿੰਦੇ ਨੇ ਕਿ ਜਦੋਂ ਇੰਦਰਾ ਗਾਂਧੀ ਜੀ ਨੇ ਦਿੱਤੀ ਸੀ ਇਹਦੀ ਪਰਮਿਸ਼ਨ ਕਿ ਇਹ ਜਿਹੜੇ ਪ੍ਰੋਸਟੀਟਿਊਸ਼ਨ ਹੋਮਸ ਜਾਂ ਵੇਸ਼ਯਾਲਿਆ ਜਿਹਨੂੰ ਆਪਾਂ ਕਹਿੰਦੇ ਹਾਂ ਨਾ, ਉਹ ਕਿਉਂਕਿ ਲੋਕਾਂ ਦੇ ਘਰ ਬਚਾਉਣ ਵਾਸਤੇ, ਇੱਕ ਤਾਂ ਉਹ ਜਿਹੜੀਆਂ ਲੇਡੀਜ਼ ਹੈ ਜਿਨ੍ਹਾਂ ਦੇ ਪੱਲੇ ਵਿਚਾਰੀਆਂ ਗੰਗੂ ਬਾਈ ਵੀ ਆਪਾਂ ਦੇਖੀ ਆ, ਕਿੰਨੇ ਸਹੀ ਤਰੀਕੇ ਦੇ ਨਾਲ ਉਸ ਫਿਲਮ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ। ਬਿਲਕੁਲ। ਤੇ ਕਿਉਂਕਿ ਲੋਕਾਂ ਦੇ ਘਰ ਖਰਾਬ ਨਾ ਹੋਣ, ਕਿਉਂਕਿ ਜੋ ਪਿਕਚਰਾਂ 'ਚ ਹੀਰੋਇਨਾਂ ਤਾਂ ਪੈਸੇ ਲੈ ਕੇ ਹੋ ਗਈਆਂ, ਕਰੋੜਾਂ ਰੁਪਏ ਲੈ ਕੇ, ਆਪਣੇ ਪੁੱਠੇ ਸਿੱਧੇ ਉਹਨਾਂ ਨੇ ਕੱਪੜੇ ਪਾਣੇ, ਪੁੱਠੇ ਸਿੱਧੇ ਕੰਮ ਕਰਨੇ ਆ, ਉਹਨਾਂ ਦਾ ਤਾਂ ਬਿਜ਼ਨਸ ਹੈ। ਉਹ ਸਾਰੀ ਚੀਜ਼ ਦਾ ਉਹ ਲੋਕ ਦੇਖਦੇ, ਲੋਕ ਫਰਸਟ੍ਰੇਸ਼ਨ ਨਾਲ ਭਰ ਜਾਂਦੇ ਕਿ ਹਾਂ ਨਹੀਂ ਇੱਦਾਂ ਦੀ ਹੀ ਕੁੜੀ ਚਾਹੀਦੀ ਹੈ, ਇੱਦਾਂ ਦੀ ਫਿਗਰ ਹੋਣੀ ਹੈ, ਉਹ ਤੇ ਬਾਹਰ ਨਹੀਂ ਮਿਲਦਾ, ਤੇ ਫਿਰ ਉਹ ਰੇਪ ਤਾਂ ਹੀ ਵਧ ਰਹੇ ਆ। ਰੇਪ ਇੱਕ ਪੌਨ ਸੀ, ਪੌਨ ਤਾਂ ਮੇਰੇ ਖਿਆਲ ਹੁਣ ਬੈਨ ਹੋ ਗਿਆ ਮੈਮ, ਹੈ ਨਾ। ਤੇ ਬਾਕੀ ਜਿਹੜੀ ਪਿਕਚਰਾਂ 'ਚ ਵੀ ਘੱਟ ਨਹੀਂ ਹੈਗਾ। ਸਨੀ ਲਿਓਨੀ ਵਰਗੀ ਨੂੰ ਦੇਖੋ ਤੁਸੀਂ, ਐਕਟਰੈਸ ਲੈ ਰਹੇ ਹੋ, ਉਹਦਾ ਤੁਸੀਂ ਬੈਕਗਰਾਉਂਡ ਦੇਖੋ ਤੇ ਕੋਈ ਉਹਨੂੰ ਪੁੱਛੇ ਨਾ। ਮਹੇਸ਼ ਭੱਟ ਨੂੰ ਮੂਵੀਜ਼ ਵਿੱਚ ਲੈ ਆਇਆ, ਤੇ ਦੇਖੋ ਆਹ ਤਾਂ ਸਾਡੇ ਕਿਰਦਾਰ ਨੇ। ਇਹਨਾਂ ਲੋਕਾਂ ਨੂੰ ਤਾਂ ਅਸੀਂ ਦੇਖ ਕੇ ਉਦਾਂ ਦਾ ਸਮਾਜ ਸਾਡਾ ਕਿਉਂ ਨਹੀਂ ਗਰਕੇਗਾ, ਕਿਉਂ ਨਹੀਂ ਸਾਡਾ ਸਮਾਜ ਖਰਾਬ ਹੋਏਗਾ? ਤੇ ਉਹ ਚੀਜ਼ਾਂ ਦੀ ਪੂਅਰ ਵਿਕਟਿਮ ਬੰਦੀਆਂ ਨੇ ਕੁੜੀਆਂ, ਚਾਹੇ ਉਹ ਰੇਪਸ ਨੇ, ਛੇੜਖਾਨੀ ਹੈ, ਈਵ ਟੀਜ਼ਿੰਗ ਹੈ, ਜੋ ਵੀ ਇਹ ਸਭ ਚੀਜ਼ਾਂ ਨੇ, ਉਹਦਾ ਸ਼ਿਕਾਰ ਪੂਅਰ ਕੁੜੀਆਂ ਜਿਹੜੀਆਂ ਸੜਕ ਤੇ, ਜਿਨ੍ਹਾਂ ਨੂੰ ਪੈਦਲ ਜਾਣਾ ਪੈਂਦਾ ਹੈ, ਆਟੋ ਤੇ ਜਾਣਾ ਪੈਂਦਾ, ਐਕਟਿਵਾ ਔਰ ਵੱਡੇ ਲੋਕਾਂ ਦੇ ਵੀ ਆਪਾਂ ਨੂੰ ਕਈ ਵਾਰੀ ਬਹੁਤ ਕੇਸ ਦੇਖਣ ਨੂੰ ਮਿਲਦੇ ਆ, ਜਿਹੜੀਆਂ ਚੰਗੇ ਚੰਗੇ ਅਹੁਦਿਆਂ ਤੇ ਲੇਡੀਜ਼ ਆ। ਮੈਨੂੰ ਯਾਦ ਹੈ ਇੱਕ ਵਾਰੀ ਕਿਸੇ ਮੇਰੇ ਜਾਣਕਾਰ ਨੇ ਦੱਸਿਆ ਕਿ ਉਹ ਕਿਤੇ ਜਾ ਰਹੇ ਸੀ। ਮੈਂ ਕਿਹਾ ਕੀ ਹੋਇਆ? ਕਹਿੰਦੇ ਇੱਕ ਕਲਾਸ 1 ਅਫਸਰ ਨੂੰ ਉਹਦੇ ਆਫਿਸ ਦਾ ਪੀਐਨ ਨਹੀਂ ਟਿਕਣ ਦਿੰਦਾ। ਮਤਲਬ ਉਹ ਆ ਕੇ ਆਪਣੀ ਕੁਰਸੀ ਤੇ ਬਹਿੰਦੀ ਆ ਕੇ ਉਹਨੂੰ ਖੜਾ ਹੋ ਕੇ ਦੇਖਦਾ ਰਹਿੰਦਾ, ਆ ਕੇ ਉਹਨੂੰ ਤੰਗ ਕਰਦਾ ਰਹਿੰਦਾ, ਪਰੇਸ਼ਾਨ ਕਰਦਾ। ਇੱਕ ਕਲਾਸ 1 ਆਫਿਸਰ ਨੂੰ, ਗ੍ਰੀਨ ਪੈਨ ਨੂੰ, ਇੱਕ ਆਮ ਬੰਦਾ, ਹਨਾ। ਔਰ ਉਹ ਕਹਿੰਦੇ ਅਸੀਂ ਬੜੇ ਪਰੇਸ਼ਾਨ ਹੋਏ ਤੇ ਬਾਅਦ ਦੇ ਵਿੱਚ ਉਹਨਾਂ ਨੇ ਚਲੋ ਕੇਸ ਵਗੈਰਾ ਕਿਸੇ ਵੀ ਤਰ੍ਹਾਂ ਸੋਲਵ ਸੁਣੇ ਤਾਂ ਹੋਈ ਨਹੀਂ ਮੈਮ, ਪਰ ਪਿਓਨ ਵਾਲਾ ਮੈਂ ਫਸਟ ਟਾਈਮ ਸੁਣਿਆ, ਤੁਹਾਡੇ ਮੂੰਹ ਸੁਣ ਰਹੀ ਹਾਂ ਜੀ। ਕਿਉਂਕਿ ਇੱਕ ਉਹ ਸਟੇਜ ਦਰ ਸਟੇਜ ਹੈ ਨਾ, ਵੀ ਜਿਵੇਂ ਹੁਣ ਮੇਰੇ ਤੋਂ ਜੋ ਉੱਪਰ ਵਾਲੀ ਕੁਰਸੀ ਦਾ ਬੈਠਾ, ਉਹ ਤਾਂ ਮੈਨੂੰ ਤੰਗ ਕਰੇ ਤਾਂ ਸਮਝ ਆਉਂਦੀ ਹੈ ਵੀ ਹਾਂ ਉਹਨੂੰ ਆਪਣੀ ਪਾਵਰ ਦਾ ਨਸ਼ਾ। ਇਸ ਹੱਦ ਤੱਕ ਸਮਾਜ ਦੇ ਵਿੱਚ ਇੰਨਾ ਕੁਝ ਹੋ ਰਿਹਾ। ਅਸੀਂ ਉਹੀ ਕਹਿੰਦੇ ਨਾ ਕਿ ਜਿੰਨੀ ਦੇਰ ਸਾਡੇ ਨਾਲ ਸਿਕਿਉਰਿਟੀ ਗਾਰਡਸ ਨੇ, ਸਾਰਾ ਕੁਝ ਹੈ, ਫਿਰ ਇੱਥੇ ਆ ਕੇ ਘਰ ਦੇ ਉਹੀ ਗੱਲਾਂ ਕਹਿਣ ਲੱਗ ਪੈਂਦੇ ਆ, ਦੱਸੋ ਇੰਨਾ ਕੁਝ ਹੋ ਰਿਹਾ, ਚੰਗੀਆਂ ਚੰਗੀਆਂ ਅਫਸਰਾਂ ਨੂੰ ਨਹੀਂ ਲੋਕ ਬਖਸ਼ਦੇ ਪਏ, ਤੁਸੀਂ ਤਾਂ ਆਪਣੇ ਭੈਣ ਭਰਾ ਬਿਨਾਂ ਕਿੱਦਾਂ ਮਤਲਬ ਕਿ ਗਾਂਹ ਚੱਲ ਜਾਓਗੇ। ਗੱਲ ਇੱਥੇ ਆ ਗਈ ਕਿ ਅਸੀਂ ਆਪਣੇ ਬੱਚਿਆਂ ਨੂੰ, ਮੁੰਡਿਆਂ ਨੂੰ ਨਹੀਂ ਸਿਖਾਇਆ ਕਿ ਕੁੜੀਆਂ ਨਾਲ ਕਿਵੇਂ ਰਹੋ। ਔਰ ਜਦੋਂ ਕਿਸੇ ਕੁੜੀ ਨੇ ਆਪਣੇ ਸੁਪਨੇ ਅਚੀਵ ਕਰਨੇ, ਉਹਨੂੰ ਬਹੁਤ ਸਾਰੀਆਂ ਦਿੱਕਤਾਂ ਆਉਣੀਆਂ, ਹਨਾ, ਕਿੰਨੀਆਂ ਪਰੇਸ਼ਾਨੀਆਂ ਦੀ ਵੀ ਆਪਾਂ ਗੱਲਬਾਤ ਕੀਤੀ ਹੈ। ਤੁਸੀਂ ਆਪਣੇ ਲਫ਼ਜ਼ਾਂ ਦੇ ਵਿੱਚ ਲੜਕੀਆਂ ਨੂੰ ਕਿਵੇਂ ਮੋਟੀਵੇਟ ਕਰੋਗੇ? ਦੇਖੋ ਮੈਂ ਤਾਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੁੜੀਆਂ ਨੂੰ ਬਚਪਨ ਤੋਂ ਹੀ ਉਹਨੂੰ ਸਿਖਾਓ ਕਿ ਤੂੰ ਕਿਸੇ ਤਰ੍ਹਾਂ ਮੁੰਡੇ ਤੋਂ ਘੱਟ ਨਹੀਂ ਹੈ, ਠੀਕ ਹੈ। ਜਿਵੇਂ ਹੁਣ ਮੈਂ ਆਪਣਾ ਐਗਜ਼ਾਮਪਲ ਲਵਾਂ, ਮੇਰੇ ਬ੍ਰਦਰ ਦਾ ਨਾਂ ਲਵਲੀ ਹੈ, ਨਿਕਨੇਮ। ਮੈਂ ਮੰਮਾ ਨੂੰ ਕਹਿੰਦੀ ਹਾਂ, ਮੇਰੇ ਵੱਲ ਆਂਦੇ, ਮੰਮਾ ਕਹਿੰਦੇ ਨਹੀਂ, ਉਹ ਕਹਿੰਦੇ ਘੱਟ ਦਿਨ ਰਿਹਾ ਕਰੋ ਕੁੜੀ ਦੇ ਘਰ। ਮੈਂ ਕਿਹਾ ਮੰਮਾ ਦੇਖੋ ਹੁਣ ਮੇਰੇ ਹਸਬੈਂਡ ਵੀ ਨਹੀਂ ਰਹੇ, ਮੰਮੀ ਡੈਡੀ ਨਹੀਂ ਹੈ, ਈਵਨ ਮੇਰੇ ਸਹੁਰੇ ਕਹਿੰਦੇ ਕਿ ਨਹੀਂ ਤੂੰ ਮੰਮਾ ਨੂੰ ਹੁਣ ਕੋਲ ਰੱਖਿਆ ਕਰ। ਮੈਂ ਕਿਹਾ ਤੁਸੀਂ ਮੰਮਾ ਥੋੜੀ ਜਿਹੀ ਸੋਚ ਬਦਲੋ, ਤੁਸੀਂ ਇਹ ਨਾ ਸੋਚੋ, ਤੁਸੀਂ ਇਹ ਸੋਚੋ ਇਹ ਡਿੰਪੀ ਹੈ, ਮਤਲਬ ਮੇਰਾ ਨਿਕਨੇਮ ਡਿੰਪਲ ਹੈ, ਤੁਸੀਂ ਕੋਈ ਛੋਟਾ ਲਵਲੀ ਹੈ,
ਤੁਸੀਂ ਅਗਰ ਤੁਹਾਡੇ 2 ਬੇਟੇ ਹੁੰਦੇ ਤਾਂ ਵੀ ਤਾਂ ਵੰਡ ਕੇ ਤੁਸੀਂ ਰਹਿੰਦੇ ਨਾ, 3 ਮਹੀਨੇ ਉੱਥੇ 3 ਮਹੀਨੇ ਉੱਥੇ ਜਾਂ 6 ਮਹੀਨੇ ਉੱਥੇ। ਤੁਸੀਂ ਜਦੋਂ ਇਹ ਸੋਚੋਗੇ, ਮੈਂ ਕਿਹਾ ਥੋੜੀ ਜਿਹੀ ਸੋਚ ਬਦਲਣ ਦੀ ਦੇਰ ਹੈ, ਉਹੀ ਕੰਮ ਤੁਹਾਨੂੰ ਬੜਾ ਆਸਾਨ ਲੱਗਣ ਲੱਗ ਜਾਂਦਾ। ਮੈਂ ਕਿਹਾ ਹੁਣ ਤੁਸੀਂ ਇਹ ਸੋਚੋ, ਇਹ ਮੇਰਾ ਛੋਟਾ ਬੇਟਾ ਹੈ ਤੇ ਇਹਨੂੰ ਜ਼ਿਆਦਾ ਲੋੜ ਹੈ ਕਿ ਮੈਂ ਉਹਦੇ ਕੋਲ ਰਵਾਂ, ਠੀਕ ਹੈ। ਤੇ ਮੰਮਾ ਕਹਿੰਦੇ ਗੱਲ ਤਾਂ ਤੇਰੀ ਠੀਕ ਹੈ। ਮਤਲਬ ਇਦਾਂ ਹੀ ਛੋਟੀ ਛੋਟੀ ਚੀਜ਼ਾਂ ਚੋਂ ਹੀ ਆਪਾਂ ਜਿਵੇਂ ਕੁੜੀਆਂ ਨੂੰ ਬਚਪਨ 'ਚ ਹੀ ਸਿਖਾਇਆ ਜਾਵੇ। ਇੱਕ ਮੈਮ ਬਹੁਤ ਜ਼ਰੂਰੀ ਚੀਜ਼ ਹੁੰਦੀ ਜੋ ਕਿ ਇੱਥੇ ਮੈਂ ਕਹਿਣਾ ਚਾਹਾਂਗੀ, ਗੁੱਡ ਟੱਚ ਬੈਡ ਟੱਚ। ਛੋਟੀ ਛੋਟੀ ਕੁੜੀਆਂ ਨੂੰ ਸਾਨੂੰ ਦੱਸਣ ਦੀ ਲੋੜ ਹੈਗੀ ਹੈ ਕਿ ਕੋਈ ਬੰਦਾ ਉਹਨੂੰ ਕਿਸ ਤਰ੍ਹਾਂ ਟੱਚ ਕਰਦਾ ਹੈ। ਫੋਰ ਐਗਜ਼ਾਮਪਲ, ਜਿਵੇਂ ਅਗਰ ਸਿਰ ਤੇ ਹੱਥ ਹੈ ਤੇ ਗੁੱਡ ਟੱਚ ਹੈ, ਸਿਰ ਤੋਂ ਹੌਲੀ 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 ਗੱਲਾਂ ਤੇ ਹੱਥ ਆ ਗਿਆ, ਉਹ ਬੈਡ ਟੱਚ ਹੈ, ਠੀਕ ਹੈ। ਕਿਸ ਇੱਥੇ ਹੈ, ਮੱਥੇ ਤੇ ਕਰੋ ਕੁੜੀਆਂ ਨੂੰ, ਇੱਥੇ ਹੈ, ਇੱਥੇ ਹੈ, ਅਗਰ ਇੱਥੇ ਕੋਈ ਕਿਸ ਮੰਗਦਾ ਉਹ ਬੈਡ ਟੱਚ ਹੈ। ਸੋ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਅੱਖਾਂ ਤੋਂ ਕਿਵੇਂ, ਇਹ ਮੈਮ ਆਪਾਂ ਨੈਕਸਟ ਕਦੀ ਇੱਕ ਟੌਪਿਕ ਲਾਵਾਂਗੇ ਬੋਡੀ ਲੈਂਗੁਏਜ, ਜੋ ਕਿ ਬਹੁਤ ਹੈਲਪਫੁਲ ਹੋਏਗਾ ਅੱਜ ਕੱਲ੍ਹ ਦੀ ਕੁੜੀਆਂ ਵਾਸਤੇ, ਖਾਸ ਤੌਰ ਤੇ ਛੋਟੀ। ਮੈਂ ਇਹ ਵੀ ਦੇਖਿਆ ਕਿ ਜਿਹੜੀ ਕੁੜੀਆਂ ਦਾ ਬਚਪਨ ਖਰਾਬ ਜਾਂਦਾ ਨਾ, ਉਹਨਾਂ ਦੀ ਪਰਸਨੈਲਿਟੀ ਡਿਸਆਰਡਰ ਸਟਾਰਟ ਹੋ ਜਾਂਦੇ ਆ, ਉਹ ਡਿਸੋਸੀਏਟ ਹੋ ਜਾਂਦੀ ਹੈ ਪਰਸਨੈਲਿਟੀ, ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਨਾਲ ਗਲਤ ਹੋਇਆ ਨਾ, ਮੋਲੈਸਟ ਕੀਤਾ ਜਾਂਦਾ ਹੈ। ਕਾਫੀ ਸੈਲੀਬ੍ਰਿਟੀਜ਼ ਨਾਲ ਵੀ ਹੁੰਦਾ, ਵੱਡੀਆਂ ਵੱਡੀਆਂ ਕੁੜੀਆਂ ਦੇ ਨਾਲ ਇਦਾਂ ਹੁੰਦਾ, ਆਸ਼ੀਰਵਾਦ ਦੇਣ ਦੇ ਬਹਾਨੇ ਤੁਹਾਡੀ ਬੈਕ ਤੇ ਹੱਥ ਲਾਈ ਜਾਣਗੇ, ਤੁਹਾਡੇ ਮਤਲਬ ਕਿ ਅੰਡਰ ਗਾਰਮੈਂਟਸ ਨੂੰ ਉਹ ਮਹਿਸੂਸ ਕਰਕੇ ਦੇਖਣਗੇ, ਆਸ਼ੀਰਵਾਦ ਦੇਣ ਦੇ ਬਹਾਨੇ ਤੁਹਾਡੇ ਸਿਰ ਤੋਂ ਧੌਣ ਤੱਕ ਜਾਂਦਾ। ਬਹੁਤ ਮੈਮ ਵਧੀਆ ਟੌਪਿਕ ਹੈ, ਕਿਸੇ ਟਾਈਮ ਤੇ ਆਪਾਂ ਇਹ ਬੋਡੀ ਲੈਂਗੁਏਜ ਤੇ ਗੱਲ ਜ਼ਰੂਰ ਕਰਨੀ ਹੈ, ਤਾਂ ਕਿ ਛੋਟੀ ਛੋਟੀ ਕੁੜੀਆਂ ਵੀ ਦੂਰੋਂ ਪਹਿਚਾਨ ਸਕਣ। 4 ਮੀਟਰ ਦੂਰ ਤੋਂ ਕੋਈ ਬੰਦਾ ਆ ਰਿਹਾ, ਉਹਦੀ ਨਜ਼ਰਾਂ ਸਹੀ ਨਹੀਂ ਹੈਗੀਆਂ ਤੇ ਮੈਂ ਬਚ ਲਵਾਂ, ਹੈ ਨਾ, ਬਜਾਏ ਕੋਲ ਜਾ ਕੇ ਜਾਂ ਕੁਝ ਗਵਾ ਕੇ ਆਪਾਂ ਨੂੰ ਹੋਸ਼ ਆਈ, है ना, कहते फिर होश आई तो क्या होश आई, सब कुछ गवान तो बात तो कोई। ਬੱਚਿਆਂ ਨੂੰ ਵੀ ਸ਼ੁਰੂ ਤੋਂ ਹੀ ਟ੍ਰੇਨਿੰਗ ਦੇਈ। ਇਹ ਘੁੰਮ ਘੁਮਾ ਕੇ ਮੈਡਮ ਪੁਆਇੰਟ ਉੱਥੇ ਹੀ ਆਉਂਦਾ ਹੈ, ਇੱਕ ਤਾਂ ਸਾਡੀ ਰੂੜੀਵਾਦੀ ਸੋਚ, ਇੱਕ ਅਸੀਂ ਟ੍ਰੇਨਿੰਗ ਜਿੱਦਾਂ ਦੇ ਆਪ ਅਸੀਂ ਰਹੇ, ਅਸੀਂ ਸੋਚਦੇ ਉੱਦਾਂ ਦਾ ਹੀ ਸਮਾਜ ਹੈ, ਪਰ ਸਮਾਜ ਤਾਂ ਅੱਗੇ ਵਧ ਰਿਹਾ, ਡੇ ਬਾਈ ਡੇ ਚੇਂਜ ਹੋ ਰਿਹਾ। ਚੇਂਜ ਇਜ਼ ਮਸਟ, ਕਹਿੰਦੇ ਖੜਾ ਪਾਣੀ ਤਾਂ ਸੜਾਂ ਦੇ ਮਾਰਨ ਲੱਗ ਜਾਂਦਾ ਹੈ। ਪਲੀਜ਼ ਆਪਾਂ ਆਪਣੀ ਸੋਚ ਬਦਲੀਏ, ਬੱਚਿਆਂ ਨੂੰ ਨਵੀਂ ਟੈਕਨੀਕਸ, ਨਵੀਆਂ ਚੀਜ਼ਾਂ ਦੱਸੀਏ। ਹੁਣ ਕੁੜੀ ਕਿਉਂ ਨਹੀਂ 8 ਵਜੇ ਤੋਂ ਬਾਅਦ ਮਾਰਕੀਟ ਜਾ ਸਕਦੇ ਨੇ, ਕੋਈ ਚਿੱਲੀ ਸਪਰੇ ਮਿਲਦਾ, ਛੋਟਾ ਜਿਹਾ ਤੂੰ ਨਾਈਫ ਰੱਖ, ਡਰਾਣਾ ਹੀ ਬਹੁਤ ਹੁੰਦਾ। ਕੋਈ ਮੁੰਡੇ 2 ਛੇੜਨ ਵਾਸਤੇ ਆਏ, ਚਿੱਲੀ ਸਪਰੇ ਅੱਖਾਂ 'ਚ ਮਾਰ ਦਿਓ, ਠੀਕ ਹੈ, ਇੱਕ ਚਾਕੂ ਕੱਢ ਕੇ ਤੁਸੀਂ ਦਿਖਾਓਗੇ, ਲੱਗੇ ਕੋਈ ਕੁੜੀ ਹਿੰਮਤੀ ਹੈ। ਕਈ ਵਾਰੀ ਕਹਿੰਦੇ ਨਾ, ਸੱਪ ਦਾ ਦਹਾੜਨਾ ਹੀ, ਸੱਪ ਦਾ ਫੁਫਕਾਰ ਮਾਰਨਾ ਹੀ ਜ਼ਰੂਰੀ ਹੈ, ਜ਼ਰੂਰੀ ਨਹੀਂ ਹਰ ਇੱਕ ਨੂੰ ਵੱਡੇ। 90% ਕੇਸਾਂ 'ਚ ਸੱਪ ਦੀ ਫੁਫਕਾਰ ਸੁਣ ਕੇ ਲੋਕ ਭੱਜ ਜਾਂਦੇ ਆ ਤੇ ਉਹਨੇ ਜਿੱਥੇ ਜਾਣਾ ਆਪਣਾ ਚਲਾ ਜਾਂਦਾ। ਬਿਲਕੁਲ, ਬਹੁਤ ਵਧੀਆ ਲੱਗਾ ਗੱਲਬਾਤ ਕਰਕੇ। ਆਪਣਾ ਪ੍ਰੋਗਰਾਮ ਦਾ ਟਾਈਮ ਖਤਮ ਹੋ ਰਿਹਾ। ਤੁਸੀਂ ਬੈਠਕ ਵਿਦ ਵਰੁਣ ਕੌਰ ਮਾਨ ਚਾਹੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਡਾਕਟਰ ਡਿੰਪਲ। ਥੈਂਕ ਯੂ ਮੈਮ, ਥੈਂਕ ਯੂ, ਥੈਂਕਸ ਫॉर ਇਨਵਾਈਟਿੰਗ ਮੀ, ਔਰ ਅੱਗੇ ਤੋਂ ਵੀ ਬੁਲਾਉਂਦੇ ਰਹੋ, ਮੈਨੂੰ ਬਹੁਤ ਵਧੀਆ ਲੱਗਦਾ ਤੁਹਾਡੇ ਨਾਲ। ਬਿਲਕੁਲ, ਤੁਹਾਡੇ ਵਰਗੇ ਵਕਤਿਆਂ ਦੀ ਤਾਂ ਲੋੜ ਹਮੇਸ਼ਾ ਹੀ ਰਹਿੰਦੀ ਹੈ। ਸੋ ਅੱਜ ਦਾ ਇਹ ਪ੍ਰੋਗਰਾਮ ਇੱਥੇ ਖਤਮ ਹੋ ਰਿਹਾ। ਤੁਸੀਂ ਦੇਖਦੇ ਰਹੋ ਪੰਜਾਬ ਮੇਲ USA TV ਔਰ ਸਾਡਾ YouTube ਚੈਨਲ, ਜਿਸ ਦਾ ਨਾਮ ਵੀ ਹੈਗਾ ਇਹ ਹੀ ਸੇਮ ਵਾਲਾ ਹੀ, ਪੰਜਾਬ ਮੇਲ USA TV। ਇਸ ਨੂੰ ਕਰ ਦਿਓ ਸਬਸਕ੍ਰਾਈਬ। ਸ਼ੁਕਰੀਆ, ਸਤਿ ਸ਼੍ਰੀ ਅਕਾਲ।